ਅੰਮ੍ਰਿਤ ਮਨ ਤੇ ਡਾਰਨ। ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਦਾਰਨ। ਇਨ ਤੇ ਕਾਢ ਲਿਹੋ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ। ਨਾਨਕ ਕੀ ਬੇਨੰਤੀ ਪ੍ਰਭ ਹੈ ਸਾਧ ਸੰਗ ਰੰਕ ਤਾਰਨ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹਿ ਜਾਹੀ। ਸਰਬ ਮਾਨ ਸਰਬਤਰ ਮਾਨ ਸदैव ਮਾਨਤ ਤਾਹੀ। ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹਿ ਜਾਹੀ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਪਰ ਹਰ ਸ਼ਨੀਵਾਰ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਸ਼ਰਵਣ ਕਰਦੇ ਆ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ 80 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ। ਉਸ ਤੋਂ ਅੱਗੇ ਜਿਵੇਂ ਕਲਗੀਧਰ ਸੁਆਮੀ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਸਤਿਗੁਰੂ ਜੀ ਫਰਮਾ ਰਹੇ ਹਨ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹਿ ਜਾਹੀ। ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਪਰਮੇਸ਼ਰ ਜੀ, ਹੇ ਅਕਾਲ ਪੁਰਖ ਜੀ, ਆਪ ਨਾਮ ਤੋਂ ਰਹਿਤ, ਕਾਮਨਾਵਾਂ ਤੋਂ ਰਹਿਤ, ਇਛਾਵਾਂ ਤੋਂ ਰਹਿਤ ਹੋ। ਬਹੀਨ ਪੇਖਤ ਤੁਹਾਨੂੰ ਰਹਿਤ ਵੇਖਿਆ ਜਾਂਦਾ ਹੈ। ਧਾਮ ਹੂ ਨਹਿ ਜਾਹੇ। ਔਰ ਆਪ ਜੀ ਦਾ ਕੋਈ ਵਿਸ਼ੇਸ਼ ਖਾਸ ਧਾਮ ਘਰ ਵੀ ਨਹੀਂ ਹੈ। ਭਾਵੇਂ ਕਿ ਆਪ ਨੂੰ ਨਾਮ ਦੀ ਇੱਛਾ ਨਹੀਂ, ਭਾਵੇਂ ਕਿ ਆਪ ਜੀ ਨੂੰ ਕੋਈ ਕਾਮ ਮਤਲਬ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ। ਇਹਨਾਂ ਸਭ ਤੋਂ ਆਪ ਰਹਿਤ ਦੇਖੇ ਜਾਂਦੇ ਹਨ। ਇਹਨਾਂ ਤੋਂ ਬਹੀਨ ਹੋ, ਪਰ ਫਿਰ ਵੀ ਆਪ ਦ੍ਰਿਸ਼ਟਾ ਸਰੂਪ ਹੋ ਕੇ ਇਸ ਸੰਸਾਰ ਰੂਪ ਲੀਲਾ ਨੂੰ ਦੇਖਦੇ। ਕਿਉਂ ਪੇਖਤ ਦਾ ਅਰਥ ਹੁੰਦਾ ਦੇਖਣਾ, ਤੇ ਦੇਖਣ ਵਾਲਾ ਹਮੇਸ਼ਾ ਵੱਖ ਹੁੰਦਾ ਹੈ। ਜੋ ਦੇਖਣ ਚਾਹੁੰਦਾ ਹੈ ਉਹ ਕੀ ਹੈ? ਦ੍ਰਿਸ਼।
ਦੇਖਣ ਵਾਲੇ ਨੂੰ ਕਹਿੰਦੇ ਦ੍ਰਿਸ਼ਟਾ। ਤਾਂ ਜਿਹੜੀ ਚੀਜ਼ ਵੀ ਦਿਸਣ ਚ ਆ ਰਹੀ ਹੈ ਉਹ ਸਾਡੇ ਨਾਲੋਂ ਵੱਖਰੀ ਹੈ। ਇਹ ਨਿਯਮ ਹੈ ਵਿਦਾਂਤ ਦਾ। ਜਦੋਂ ਵਿਦਾਂਤ ਪੜ੍ਹਾਉਂਦਿਆਂ ਮਹਾਂਪੁਰਸ਼ ਪ੍ਰਕਿਰਿਆ ਸਮਝਾਉਂਦੇ ਨੇ ਤਾਂ ਪ੍ਰਕਿਰਿਆ ਕੀ ਹੈ ਵੀ ਦੇਖਣ ਵਾਲਾ ਬਸ। ਹੁਣ ਦੇਖੋ ਆਪਾਂ ਦੁਨੀਆ ਦੇਖਦੇ ਹਾਂ, ਇਹਦਾ ਮਤਲਬ ਦੁਨੀਆ ਤੋਂ ਵੱਖਰੇ। ਫਿਰ ਉਹ ਕਹਿੰਦੇ ਦੁਨੀਆ ਦਿਸਣ ਚ ਆ ਰਹੀ ਆ ਤੇ ਇਹਦਾ ਮਤਲਬ ਤੇਰੇ ਨਾਲੋਂ ਵੱਖਰੀ ਹੈ। ਤਾਂ ਜਿਹੜੀ ਚੀਜ਼ ਵੱਖਰੀ ਹੈ ਤੇਰੇ ਨਾਲੋਂ ਉਹਦਾ ਅਸਰ ਕਿਉਂ ਕਬੂਲਦਾ ਪਿਆ ਵਾ, ਇਹ ਗੱਲ ਸਮਝ ਚ ਨਹੀਂ ਆਉਂਦੀ ਹਨਾ। ਵੀ ਦੁਨੀਆ ਜਦੋਂ ਵੱਖਰੀ ਆ, ਦਿਸਣ ਚ ਆਉਂਦੀ ਆ, ਦਿਸਣ ਵਾਲੀ ਚੀਜ਼ ਵੱਖਰੀ ਹੁੰਦੀ ਆ ਦੇਖਣ ਵਾਲੇ ਨਾਲ, ਤਾਂ ਫਿਰ ਦੁਨੀਆ ਦਾ ਅਸਰ ਕਿਉਂ ਪੈਂਦਾ ਹੈ ਸਾਡੇ ਉੱਤੇ। ਤਾਂ ਇਹ ਕੀ ਆ, ਸਾਡਾ ਜਨਮਾਂ ਜਨਮਾਂ ਦਾ ਅਭਿਆਸ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾ। ਚਲੋ ਦੁਨੀਆ ਦੀ ਗੱਲ ਛੱਡੋ, ਫਿਰ ਉਹ ਕਹਿੰਦੇ ਆਪਦੇ ਸਰੀਰ ਵੱਲ ਦੇਖੋ। ਸਰੀਰ ਦਿਖਣ ਚ ਆਉਂਦਾ, ਹੱਥ ਪੈਰ ਸਭ ਕੁਝ ਦਿਖਣ ਚ ਆਉਂਦਾ ਹੈ। ਤਾਂ ਜਿਹੜੀ ਚੀਜ਼ ਦਿਖਣ ਚ ਆਉਂਦੀ ਵੱਖਰੀ ਹੈ, ਇਹਦਾ ਮਤਲਬ ਸਰੀਰ ਤੇਰੇ ਨਾਲੋਂ ਵੱਖਰਾ ਹੈ। ਉਹ ਫਿਰ ਕਹਿੰਦੇ ਸਰੀਰ ਦੀ ਗੱਲ ਨਹੀਂ, ਸਰੀਰ ਤੋਂ ਵੀ ਅੱਗੇ ਤੁਰ। ਹੁਣ ਸਰੀਰ ਤੋਂ ਅੱਗੇ ਕੀ ਆ, ਮਨ। ਮਨ ਦੇਖਣ ਚ ਆਉਂਦਾ, ਮਨ ਦੇ ਖਿਆਲ ਦੇਖਣ ਚ ਆਉਂਦੇ ਆ ਵੀ ਹੁਣ ਮੈਂ ਖੁਸ਼ ਹਾਂ, ਹੁਣ ਮੈਂ ਦੁਖੀ ਹਾਂ, ਹੁਣ ਮੈਨੂੰ ਚਿੰਤਾ ਵਿਆਪ ਰਹੀ ਹੈ। ਤਾਂ ਮਨ ਵੈਸੇ ਕੋਈ ਚੀਜ਼ ਨਹੀਂ ਹੈ, ਮਨ ਦਾ ਅਰਥ ਹੈ ਖਿਆਲ। ਤਾਂ ਖਿਆਲਾਂ ਨੂੰ ਕੌਣ ਦੇਖਦਾ ਪਿਆ? ਤਾਂ ਜਦੋਂ ਸਾਡੇ ਅੰਦਰ ਖਿਆਲ ਆਉਂਦੇ ਆ, ਜਦੋਂ ਚੰਗੇ ਚੱਲਣ ਉਹ ਵੀ ਸਾਨੂੰ ਪਤਾ ਹੈ, ਮਾੜੇ ਚੱਲਣ ਉਹ ਵੀ ਸਾਨੂੰ ਪਤਾ। ਇਹਦਾ ਮਤਲਬ ਖਿਆਲ ਮਨ ਵੀ ਦਿਖਣ ਚ ਆਉਂਦਾ ਹੈ, ਇਸ ਕਰਕੇ ਮਨ ਵੀ ਨਹੀਂ, ਮਨ ਤੋਂ ਵੀ ਪਾਸੇ। ਤਾਂ ਪੇਖਤ ਦਾ ਅਰਥ ਹੁੰਦਾ ਦੇਖਣ ਵਾਲਾ। ਪਰਮਾਤਮਾ ਸੰਸਾਰ ਨੂੰ ਦੇਖਦਾ ਹੈ, ਭਾਵੇਂ ਕਿ ਨਾਮ ਨਹੀਂ, ਕਾਮਨਾ ਕੋਈ ਨਹੀਂ, ਘਰ ਕੋਈ ਵਿਸ਼ੇਸ਼ ਥਾਂ ਨਹੀਂ ਉਹਨਾਂ ਦਾ, ਪਰ ਫਿਰ ਵੀ ਦ੍ਰਿਸ਼ਟਾ ਹੋ ਕੇ ਦੇਖਦਾ, ਨਿਰਲੇਪ ਹੋ ਕੇ ਦੇਖਦਾ। ਜਿਵੇਂ ਸ਼ੇਰ ਦੇ ਜਾਂ ਹਾਥੀ ਦੇ ਅੱਗੇ ਖਲੋਈਏ ਤੇ ਅਗਲਾ ਪਾਸਾ ਦਿਖਦਾ ਹੈ, ਪਿੱਛੇ ਖਲੋਈਏ ਤੇ ਪਿਛਲਾ ਪਾਸਾ ਦਿਖਦਾ ਹੈ। ਹਾਥੀ ਦੀ ਸਾਈਡ ਤੇ ਖਲੋਈਏ, ਲਾਗੇ ਖਲੋਈਏ ਤੇ ਸਾਈਡ ਦਿਖਦੀ ਹੈ, ਪੂਰਾ ਹਾਥੀ ਨਹੀਂ ਦਿਖੇਗਾ। ਪੂਰਾ ਹਾਥੀ ਕਿਹਨੂੰ ਦਿਖੇਗਾ? ਜਿਹੜਾ ਹਾਥੀ ਤੋਂ ਪਾਸੇ ਹੋ ਕੇ ਦੇਖੇਗਾ। ਪਿੱਛੇ ਹੋ ਜਾਓ, ਪਛਾਂ ਹੋ ਕੇ ਦੇਖੋ, ਸਾਰਾ ਹਾਥੀ ਦਿਖੂ। ਇਸੇ ਤਰ੍ਹਾਂ ਜਿੰਨਾ ਚਿਰ ਪਿੱਛੇ ਨਹੀਂ ਨਾ ਹੁੰਦਾ ਦੁਨੀਆ ਤੋਂ, ਸੁੱਖ ਦੁੱਖ ਤੋਂ, ਉਹਨਾਂ ਚਿਰ ਸੁੱਖ ਦੁੱਖ ਦੀ ਅਸਲੀਅਤ ਜਿਹੜੀ ਹੈ ਉਹ ਸਮਝ ਨਹੀਂ ਆਉਂਦੀ। ਉਹਨੂੰ ਕਹਿੰਦੇ ਦ੍ਰਿਸ਼ਟਾ, ਜਿਹੜਾ ਦੇਖਣ ਵਾਲਾ ਹੈ, ਜਿਹੜਾ ਵੱਖ ਹੈ। ਤਾਂ ਹੇ ਪ੍ਰਭੂ ਤੂੰ ਵੇਖਣ ਵਾਲਾ ਹੈ, ਦ੍ਰਿਸ਼ਟਾ ਹੈ, ਔਰ ਇਸ ਸੰਸਾਰ ਰੂਪੀ ਲੀਲਾ ਨੂੰ ਦੇਖਦਾ ਹੈ, ਔਰ ਇਸ ਸੰਸਾਰ ਦੀ ਲੀਲਾ ਨੂੰ ਦੇਖਦਾ ਹੋਇਆ ਵੀ ਨਿਰਲੇਪ ਰਹਿਣਾ ਹੈ। ਸਰਬ ਮਾਨ ਸਰਬਤਰ ਮਾਨ, ਸदैव ਮਾਨਤ ਤਾਹੀ। ਸਰਬ ਮਾਨ, ਪਿੱਛੇ ਵੀ ਸਾਰੇ ਆਪ ਜੀ ਨੂੰ ਮੰਨਦੇ ਸੀ। ਸਰਬਤਰ ਮਾਨ, ਹੁਣ ਵੀ ਸਾਰੇ ਆਪ ਜੀ ਨੂੰ ਹੀ ਮੰਨਦੇ ਆ। ਸदैव ਮਾਨਤ ਤਾਹੇ, ਤੇ ਆਉਣ ਵਾਲੇ ਸਮੇਂ 'ਚ ਹਮੇਸ਼ਾ ਸਦਾ ਉਸ ਵਾਹਿਗੁਰੂ ਨੂੰ ਹੀ ਮੰਨਿਆ ਜਾਵੇਗਾ, ਪੂਜਿਆ ਜਾਵੇਗਾ। ਉਸ ਵਾਹਿਗੁਰੂ ਦੇ ਹੀ ਚਰਨਾਂ ਦੀ ਆਰਾਧਨਾ ਹੋਵੇਗੀ, ਕਿਸੇ ਰੂਪ ਦੇ ਵਿੱਚ ਹੋਵੇ। ਜਾਂ ਸਰਬਮਾਨ, ਸਾਰੇ ਆਪ ਜੀ ਨੂੰ ਮੰਨਦੇ ਨੇ। ਸਰਬੱਤਰ ਮਾਨ, ਤਾਈਓ ਸਾਰਿਆਂ ਨੂੰ ਮਾਣ ਪ੍ਰਾਪਤ ਹੁੰਦਾ ਹੈ, ਸਤਿਕਾਰ ਪ੍ਰਾਪਤ ਹੁੰਦਾ ਹੈ। ਸਦ ਏਵ, ਏਵ ਮੈਨੇ ਨਿਸ਼ਚੈ ਕਰਕੇ, ਇਸ ਕਰਕੇ ਅਸੀਂ ਵੀ ਆਪ ਜੀ ਨੂੰ ਹੀ ਮੰਨਦੇ, ਕਿਉਂਕਿ ਜਿਨ੍ਹਾਂ ਨੇ ਵੀ ਤੈਨੂੰ ਮੰਨਿਆ ਹੈ, ਜਿਨੇ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ।
ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ, ਸਤਿਕਾਰ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਨੇ ਕਿ ਜੇ ਮੰਨਣਾ ਵਾ ਤੇ ਰੱਬ ਨੂੰ ਹੀ ਮੰਨ, ਜਿਹਨੂੰ ਪਹਿਲਾਂ ਸਾਰੇ ਮੰਨਦੇ ਸੀ, ਜਿਹਨੂੰ ਹੁਣ ਸਾਰੇ ਮੰਨਦੇ ਆ, ਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਹਨੂੰ ਸਾਰੇ ਮੰਨਣਗੇ। ਜਿਵੇਂ ਇੱਕ ਬੜੇ ਵੱਡੇ ਮਹਾਂਪੁਰਸ਼ ਹੋਏ ਜਲਾਲੂਦੀਨ ਰੂਮੀ ਸਾਹਿਬ। ਸਾਡੇ ਮਨ ਦੇ ਵਿੱਚ ਕਈ ਵਾਰੀ ਪ੍ਰਸ਼ਨ ਆ ਜਾਂਦਾ ਹੈ ਵੀ ਪਾਠ ਰੋਜ਼ ਕਰਨ ਦਾ ਕੀ ਲਾਭ ਹੈ, ਸੇਵਾ ਸਿਮਰਨ ਰੋਜ਼ ਕਰਨ ਦਾ ਕੀ ਲਾਭ ਹੈ। ਇਹ ਟਾਈਮ ਵੇਸਟ ਨਹੀਂ ਆ, ਸ਼ਕਤੀ ਦਾ ਖਪਾ ਨਹੀਂ ਆ, એનર્ਜੀ ਵੇਸਟ ਨਹੀਂ ਆ। ਇਹ ਰੋਜ਼ ਉਹ ਕੰਮ ਮੁੜ ਮੁੜ ਕਰੀ ਜਾਓ ਤੁਸੀਂ, ਉਹ ਨਵਾਂ ਕਰੋ, ਨਵੇਂ 'ਚ ਸਵਾਦ ਰਹਿੰਦਾ ਹੈ। ਤਾਂ ਸਾਡੇ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਰੋਜ਼ ਉਹੋ ਹੀ ਪਾਠ ਕਰੀ ਜਾਂਦੇ, ਰੋਜ਼ ਉਹੋ ਹੀ ਜਪਜੀ ਸਾਹਿਬ ਪੜ੍ਹੀ ਜਾਂਦੇ, ਰੋਜ਼ ਉਹੋ ਹੀ ਜਾਪ ਸਾਹਿਬ ਪੜ੍ਹੀ ਜਾਂਦੇ, ਰੋਜ਼ ਉਹੋ ਹੀ ਸਵਈਏ ਪੜ੍ਹੀ ਜਾਂਦੇ ਆ। ਤੇ ਕਈ ਤੇ ਮੇਰੇ ਵਰਗੇ ਏਡੇ ਆਲਸੀ ਆ, ਉਹਨਾਂ ਨੂੰ ਆਨੰਦ ਸਾਹਿਬ ਦੀਆਂ 40 ਪੌੜੀਆਂ ਵੀ ਪਹਾੜ ਲੱਗਦੀਆਂ, ਹੇਮਕੁੰਟ ਦੀ ਘਾਟੀ ਚੜ੍ਹਨ ਲੱਗਿਆ ਇੰਨਾ ਡਰ ਲੱਗਦਾ ਹੈ ਵੀ ਉਹ ਕਹਿੰਦੇ ਆ ਵੀ 5-6 ਨਾਲ ਗੁਜ਼ਾਰਾ ਨਹੀਂ ਚੱਲੂਗਾ। ਤਾਂ ਇਹ ਸਵਾਲ ਮੁੜ ਮੁੜ ਪੈਦਾ ਹੁੰਦਾ। ਇੱਕ ਸੱਜਣ ਸੀ, ਉਹਨੇ ਸਵਾਲ ਕੀਤਾ, ਤਾਂ ਬੜੇ ਪ੍ਰਸਿੱਧ ਮਹਾਤਮਾ ਹੋਏ ਨੇ ਜਲਾਲੂਦੀਨ ਰੂਮੀ ਸਾਹਿਬ। ਉਹ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਇੱਕ ਖੇਤ ਦੇ ਵਿੱਚ ਗਏ, ਤੇ ਖੇਤ ਜਿਹੜਾ ਸਾਰਾ ਖੂਹਾਂ ਦੇ ਨਾਲ ਪੁੱਟ-ਪੁੱਟ ਕੇ ਭਰਿਆ ਵਾ। 8 ਖੂਹ ਪੁੱਟੇ ਉਸ ਖੇਤ ਵਿੱਚ ਕਿਸਾਨ ਨੇ, ਜ਼ਿਮੀਂਦਾਰ। ਉਹ ਪਾਣੀ ਦੀ ਪ੍ਰਾਪਤੀ ਕਰਨ ਵਾਸਤੇ ਇੱਕ ਖੂਹ ਪੁੱਟਦਾ ਹੈ, ਤੇ ਜਦੋਂ 20 ਫੁੱਟ ਤੇ ਜਾਂਦਾ ਵਾ ਤੇ ਪੁੱਟਣਾ ਛੱਡ ਦਿੰਦਾ, ਕਹਿੰਦਾ ਪਾਣੀ ਨਹੀਂ ਨਿਕਲਦਾ। ਫਿਰ ਉਹ ਦੂਜੇ ਥਾਂ ਉਸੇ ਖੇਤ ਵਿੱਚ ਖੂਹ ਪੱਟਦਾ। ਇਸ ਤਰ੍ਹਾਂ ਉਹਨੇ 8 ਖੂਹ ਪੁੱਟੇ ਤੇ 8 ਦੇ ਵਿੱਚੋਂ ਪਾਣੀ ਨਹੀਂ ਪ੍ਰਾਪਤ ਹੋਇਆ। ਤਾਂ ਰੂਮੀ ਸਾਹਿਬ ਕਹਿੰਦੇ ਸਾਰਾ ਖੇਤ ਹੀ ਖਰਾਬ ਕਰਤਾ, ਵਿਅਰਥ ਗਿਆ। ਮਿਹਨਤ ਕਿੰਨੀ ਕੀਤੀ ਹੋਊਗੀ ਉਸ ਬੰਦੇ ਨੇ। 8 ਖੂਹ 20-20 ਫੁੱਟ ਦੇ ਪੁੱਟੇ, ਪਰ ਪਾਣੀ ਦੀ ਪ੍ਰਾਪਤੀ ਤੋਂ ਬਿਨਾਂ ਤੇ ਸਭ ਵਿਅਰਥ ਹੀ ਹੈ ਨਾ। ਤਾਂ ਜਲਾਲੂਦੀਨ ਰੂਮੀ ਸਾਹਿਬ ਆਪਣੇ ਵਿਦਿਆਰਥੀਆਂ ਨੂੰ ਕਹਿਣ ਲੱਗੇ, 8 ਨੂੰ 20 ਦੇ ਨਾਲ ਕਰੋ ਕਿੰਨਾ, 160 ਫੁੱਟ। ਜੇ 160 ਫੁੱਟ ਇੱਕ ਜਗ੍ਹਾ ਤੇ ਪੁੱਟਿਆ ਹੁੰਦਾ ਤਾਂ ਪਾਣੀ ਜ਼ਰੂਰ ਮਿਲਣਾ ਸੀ। ਇੱਕ ਜਗ੍ਹਾ ਤੇ ਮਿਹਨਤ ਲਾਈ ਹੁੰਦੀ। ਇਸੇ ਤਰ੍ਹਾਂ ਆਪਣੇ ਵਿਦਿਆਰਥੀਆਂ ਨੂੰ ਕਹਿਣ ਲੱਗੇ, ਆਪਾਂ ਵੀ ਤੇ ਇਦਾਂ ਹੀ ਕਰਦੇ ਯਾਰ। ਕਿਤੇ ਕਿਤੇ ਚਾਹ ਪੈਦਾ ਹੁੰਦਾ, ਪਾਠ ਸ਼ੁਰੂ ਕਰ ਦਈਦਾ, ਹੁਣ ਨਾ ਮੈਂ ਪਾਠ ਕਰਿਆ ਕਰਨਾ, ਰੋਜ਼ ਕਰੀਦਾ ਵਾ 10-15 ਦਿਨ। ਚੱਲ ਮੇਰੇ ਭਾਈ, ਉਹ ਜਿਹੜੀ ਅੱਗ ਜੀ ਲੱਗੀ ਹੁੰਦੀ ਹੈ ਨਾ, ਚਾਹ ਜਾ ਚੜਿਆ ਹੁੰਦਾ, ਉਹ 15-20 ਦਿਨਾਂ ਸਮਾਪਤ ਹੋ ਜਾਂਦੀ। ਫਿਰ ਕਿਤੇ ਚਾਹ ਜਿਹਾ ਆਉਂਦਾ ਵੀ ਹੁਣ ਸੁਖਮਨੀ ਸਾਹਿਬ ਕਰਿਆ ਕਰਨਾ ਨਾ ਰੋਜ਼। ਇਹ ਕੀ ਆ, ਖੂਹ ਪੁੱਟਣੇ ਤੇ ਸ਼ੁਰੂ ਕੀਤੇ ਪਾਣੀ ਵਾਸਤੇ, ਪਰਮੇਸ਼ਰ ਵਾਸਤੇ, ਪਰ ਛੱਡ ਵਿੱਚ ਹੀ ਦਿੱਤੇ। ਪਰ ਜੇ ਕਿਤੇ ਇੱਕ ਕੰਮ ਨੂੰ ਬੰਦਾ ਲੱਗਾ ਰਵੇ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ, ਇਹੋ ਮਨ ਤੰਤਰ ਪੀਐ। ਨਿਤ ਉਠ ਗਾਵੋ ਪ੍ਰਭ ਕੀ ਬਾਣੀ। ਜੇ ਹਰ ਰੋਜ਼ ਇਹਨੂੰ ਲੱਗੇ ਰਹਿੰਦੇ, ਬਿਨਾਂ ਨਾਗਾ ਕਰਦੇ, ਤਾਂ ਜਿਵੇਂ ਉਸ ਜ਼ਿਮੀਂਦਾਰ ਨੇ ਖੂਹ ਤੇ ਬੜੇ ਪੱਟੇ ਪਰ ਮਿਹਨਤ ਵਿਅਰਥ ਗਈ। ਇਦਾਂ ਕਦੀ ਕਰ ਲਿਆ, ਫੇਰ ਛੱਡਤਾ, ਫੇਰ ਕਰ ਲਿਆ, ਫੇਰ ਛੱਡਤਾ, ਤਾਂ ਕਹਿੰਦੇ ਮਿਹਨਤ ਵੀ ਵਿਅਰਥ ਜਾਵੇਗੀ ਤੇ ਮਿਲਣਾ ਵੀ ਕੱਖ ਨਹੀਂ। ਇੱਕ ਜਗ੍ਹਾ ਲੱਗਾ ਰਵੇ, ਇੱਕ ਨੂੰ ਹੀ ਮੰਨੇ, ਪਰਮੇਸ਼ਰ ਵਾਹਿਗੁਰੂ ਨੂੰ ਹੀ ਮੰਨੇ। ਨਹੀਂ ਤੇ ਫਿਰ ਸੋਮਵਾਰ ਭਗਵਾਨ ਸ਼ਿਵ ਜੀ, ਮੰਗਲਵਾਰ ਹਨੂਮਾਨ ਜੀ, ਬੁੱਧਵਾਰ ਸ਼ਹੀਦ, ਵੀਰਵਾਰ ਜਾਂ ਸ਼ੁੱਕਰਵਾਰ ਪੀਰਾਂ ਦੇ, ਸ਼ਨੀਵਾਰ
ਨਿਆਂ ਦਾ ਦੇਵਤਾ ਸ਼ਨੀ ਜੀ ਹੈ। ਮਹਾਰਾਜ ਸ਼ਨੀ ਨਿਆਂ ਦੇ ਦੇਵਤੇ ਨੇ, ਉਹਨਾਂ ਨਾਲ ਪੰਗਾ ਲੈਣਾ ਮਹਿੰਗਾ ਪਊਗਾ, ਇਸ ਕਰਕੇ ਉਹਨਾਂ ਦੀ ਪੂਜਾ ਐਤਵਾਰ ਗੁਰਦੁਆਰੇ। ਤਾਂ ਕਲਗੀਧਰ ਕਹਿੰਦੇ ਨੇ ਕਿ ਮਿਹਨਤ ਵਿਅਰਥ ਜਾਵੇਗੀ, ਜੇ ਕਿਤੇ ਇਹੀ ਮਿਹਨਤ ਇੱਕ ਥਾਂ ਤੇ ਲੱਗੇ, ਲਗਾਤਾਰ ਲੱਗੇ ਤਾਂ ਜ਼ਰੂਰ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਮਹਾਰਾਜ ਕੀ ਕਹਿੰਦੇ ਨੇ, ਸਰਬਮਾਨ ਸਰਬੱਤਰ ਮਾਨ ਸदैव ਮਾਨਤ ਤਾਹਿ। ਜਿਹਨੂੰ ਪਿੱਛੇ ਵੀ ਸਾਰੇ ਮੰਨਦੇ, ਹੁਣ ਵੀ ਸਾਰੇ ਮੰਨਦੇ ਆ, ਉਸ ਵਾਹਿਗੁਰੂ ਪਰਮੇਸ਼ਰ ਨੂੰ ਏਵ ਨਿਸ਼ਚੇ ਕਰਕੇ ਸਦਾ ਮਨ, ਲਗਾਤਾਰ ਮਨ, ਇੱਕ ਜਗ੍ਹਾ ਮਿਹਨਤ ਲਾ। ਇਹ ਨਹੀਂ ਵੀ ਕਦੀ ਸ਼ੁਰੂ ਕਰ ਲਿਆ ਤੇ ਕਦੀ ਛੱਡ ਲਿਆ, ਤਾਂ ਫਿਰ ਤੇਰੇ ਤੇ ਕਿਰਪਾ ਹੋਵੇਗੀ ਤੇ ਤੈਨੂੰ ਪ੍ਰਾਪਤੀ ਹੋਵੇਗੀ। ਇਸ ਕਰਕੇ ਮਹਾਰਾਜ ਜੀ ਕੀ ਕਹਿੰਦੇ ਹਨ, ਤਾਂ ਕਿਰਪਾ ਕਰਦੇ ਹੋਏ ਇਸ ਪੌੜੀ ਵਿੱਚ ਫਿਰ ਤੀਸਰੀ ਪੰਕਤੀ ਉਚਾਰਨ ਕਰਦੇ ਹਨ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਏਕ ਮੂਰਤ ਅਨੇਕ ਦਰਸ਼ਨ। ਵਾਹਿਗੁਰੂ ਇੱਕ ਮੂਰਤੀ ਆ, ਇੱਕ ਸਰੂਪ। ਉਸ ਇੱਕ ਸਰੂਪ ਤੋਂ ਅਨੇਕ ਰੂਪ ਹੋ ਗਏ। ਉਸ ਇੱਕ ਤੋਂ ਹੀ ਇਹ ਸਾਰਾ ਸੰਸਾਰ ਬਣਿਆ ਹੈ। ਇੱਕ ਤੋਂ ਹੀ ਅਨੇਕਾਂ ਮੂਰਤਾਂ ਬਣੀਆਂ ਨੇ, ਅਨੇਕ ਰੂਪ ਹੋਏ ਨੇ। ਤੇ ਕੀਨ ਰੂਪ ਅਨੇਕ, ਉਸ ਅਨੇਕਤਾ ਦਾ ਦਰਸ਼ਨ ਉਹ ਫਿਰ ਆਪ ਕਰਦਾ ਹੈ। ਇਸ ਅਨੇਕਤਾ ਨੂੰ ਉਹ ਆਪ ਦੇਖਦਾ ਹੈ। ਜਾਂ ਫਿਰ ਮਹਾਂਪੁਰਸ਼ ਬੜਾ ਸੁੰਦਰ ਅਰਥ ਕਰਦੇ ਆ ਵੀ ਇੱਕ ਸਰੂਪ ਤੋਂ ਅਨੇਕਾਂ ਮੂਰਤੀਆਂ ਸਰੂਪ ਬਣੇ। ਪਹਿਲਾਂ ਤੇ ਇੱਕ ਹੀ ਸੀ ਪਰਮੇਸ਼ਰ, ਫਿਰ ਉਹਦੇ ਤੋਂ ਇਹ ਜੀਵ ਜੰਤੂ ਸਭ ਕੁਝ ਪੈਦਾ ਹੁੰਦਾ ਹੈ। 84 ਲੱਖ ਜੁੰਡੀਆਂ ਮੰਨੀਆਂ ਧਰਮ ਨੇ। ਤੇ ਇੱਕ ਸੱਜਣ ਕਹਿਣ ਲੱਗਾ ਵੀ ਸਾਇੰਸ ਮੁਤਾਬਕ 84 ਲੱਖ ਜੁੰਡੀਆਂ ਸਿੱਧ ਨਹੀਂ ਹੁੰਦੀਆਂ। ਵੈਸੇ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ, ਬੇਇੱਜ਼ਤੀ ਕਰਾਉਂਦੀ ਹੈ। ਸਾਇੰਸ ਕਿਤੇ ਵੀ ਨਹੀਂ ਕਹਿੰਦੀ ਵੀ 84 ਲੱਖ ਜੂਨੀਆਂ ਨਹੀਂ ਹੈਗੀਆਂ। ਤਾਂ ਇਹ ਸਾਇੰਸ ਮੁਤਾਬਕ ਜੇ ਸਰਚ ਕਰਕੇ ਦੇਖੋ ਤਾਂ 8.7 ਮਿਲੀਅਨ ਸਪੀਸੀਜ਼ ਜੂਨਾਂ ਨੇ। 1 ਮਿਲੀਅਨ ਚ ਕਿੰਨੇ ਹੋਏ? 10 ਲੱਖ। 8.7 ਮਿਲੀਅਨ ਕਿੰਨੇ ਬਣ ਗਏ? ਜਿਹਦੇ ਵਿੱਚੋਂ ਸਾਇੰਸ ਕਹਿੰਦੀ ਆ ਵੀ ਅਸੀਂ ਸਿਰਫ 1.2 ਮਿਲੀਅਨ ਜੂਨਾਂ ਲੱਭੀਆਂ, ਬਾਕੀ ਸਾਨੂੰ ਲੱਭੀਆਂ ਹੀ ਨਹੀਂ ਅਜੇ। ਸਾਇੰਸ ਕਿਤੇ ਕਹਿੰਦੀ ਆ ਵੀ ਨਹੀਂ ਹੈਗੀਆਂ, ਸਾਇੰਸ ਕਹਿੰਦੀ ਆ ਬਾਕੀ ਸਾਨੂੰ ਲੱਭੀਆਂ ਹੀ ਨਹੀਂ ਆ। ਅੰਦਾਜ਼ਾ ਸਾਡਾ ਇਹ ਆ ਕਿ ਪੂਰੀਆਂ ਜੂਨਾਂ 84 ਨਹੀਂ, 84 ਤੋਂ ਵੀ ਵੱਧ ਆ, 8.7 ਮਿਲੀਅਨ। ਪਰ ਸਾਨੂੰ ਲੱਭੀਆਂ ਨਹੀਂ। ਲੱਭੀਆਂ ਜਿਹੜੀਆਂ ਨੇ ਉਹ ਕਿੰਨੀਆਂ ਨੇ? 1.2 ਮਿਲੀਅਨ। ਕੋਈ 12 ਲੱਖ ਇੰਨੀਆਂ ਕੁ ਲੱਭੀਆਂ ਨੇ। ਤਾਂ ਉਹ ਮਹਾਰਾਜ ਜੀ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਆ, ਹੈ ਤਾਂ ਅਸੀਂ ਇੱਕ ਪਰਮੇਸ਼ਰ। ਆ ਜਿਹੜੀਆਂ ਅਨੇਕ ਮੂਰਤਾਂ ਦੇਖਦੀਆਂ ਪਈਆਂ ਨਾ, ਜੂਨਾਂ, ਬਨਸਪਤੀ, ਪਸ਼ੂ, ਪੰਛੀ, ਜੀਵ ਜੰਤੂ, ਇਹ ਉਸ ਇੱਕ ਪਰਮੇਸ਼ਰ ਦੇ ਹੀ ਅਨੇਕਾਂ ਮੂਰਤਾਂ ਦਰਸ਼ਨ ਨੇ, ਸਰੂਪ ਨੇ, ਅਨੇਕਾਂ ਨੇ। ਤੇ ਜੇ ਫੇਰ ਵੀ ਕੋਈ ਬੰਦਾ ਜਿੱਦ ਕਰਨੋਂ ਨਾ ਹਟੇ ਵੀ ਨਹੀਂ ਜੀ ਜੂਨਾਂ ਦੇ ਖਤਮ ਹੋ ਗਈਆਂ ਨੇ, ਕੁਝ ਆਪਣੇ ਆਪ ਖਤਮ ਹੋ ਗਈਆਂ ਨੇ, ਮਰਦੀਆਂ ਜਾ ਰਹੀਆਂ ਨੇ, ਤਾਂ ਗੁਰਬਾਣੀ ਫਿਰ ਇਹਦਾ ਵੀ ਜਵਾਬ ਦੇ ਦਿੰਦੀ ਹੈ। ਜੇ ਕੱਲ ਨੂੰ ਕੋਈ ਕਵੇ ਜੀ ਜੂਨਾਂ ਤੇ ਹੈ ਹੀ ਨਹੀਂ ਇੰਨੀਆਂ, ਹਾਲਾਂਕਿ ਆਪਾਂ ਪਹਿਲਾਂ ਹੁਣੇ ਦੱਸਿਆ ਵੀ 8.7 ਮਿਲੀਅਨ ਸਾਇੰਸ ਮੰਨਦੀ ਹੈ ਜੂਨਾਂ, ਉਹਦਾ 84 ਲੱਖ ਤੋਂ ਵੀ ਵੱਧ ਮੰਨੀ ਜਾਂਦੀ ਹੈ। ਕੀ ਕਰੂਗਾ ਬੰਦਾ?
पर फिर भी जे कोई कहे भी नहीं जूना है नहीं खत्म हो गया, तां गुरबाणी कहती आ भी रूह जिहड़ी आ वो कदी मरदी नहीं। जिहड़ी जीव आत्मा है कदी मरदी नहीं, ना इहो बूढ़ा ना इहो बाला, इहदे उत्ते अवस्था दा असर नहीं पैंदा। तां ਉਹ ਜਿਹੜੀਆਂ ਰੂਹਾਂ ਨੇ ਫਿਰ ਗੁਰਬਾਣੀ ਮੁਤਾਬਕ ਜੇ ਇਹਦਾ ਅਰਥ ਹੋਰ ਤਰ੍ਹਾਂ ਕੀਤਾ ਜਾਵੇ ਤਾਂ ਗੁਰਬਾਣੀ ਕਹਿੰਦੀ ਆ ਸਰੀਰ ਬੰਦੇ ਦਾ ਲਿਆ ਵਾ ਜੰਮਿਆ ਭੇੜੀਆ, ਰੂਹ ਭੇੜੀਏ ਦੀ ਜੰਮੀ ਆ ਸਰੀਰ ਬੰਦੇ ਦਾ। ਸਰੀਰ ਬੰਦੇ ਦਾ ਰੂਹ ਕਿਹਦੀ ਆਈ ਆ? ਕੁੱਤੇ ਦੀ। ਸਰੀਰ ਬੰਦੇ ਦਾ ਵਾ ਰੂਹ ਕਾਹਦੀ ਆਈ ਆ? ਚਲਾਕ ਚੀਤੇ ਦੀ। देखा कितना चलाकियां मारता वा, लुटदा दुनिया नूं। रोटी खाओ शक्कर से, दुनिया लूटो मक्कर से। जेड़े ठगी मार के लुटदे ने वो फिर शक्कर ना खांदे आ ना। ते जिन्हें 10 नौहां दी किरत करनी उहदे वास्ते महाराज कहंदे भी रुखी सुखी प्राप्त होगी। पर इस ठगी वाली रोटी जिहड़ी चोपड़ी आ ਇਹਦੇ ਵਿੱਚ ਦੁੱਖ ਬੜੇ ਆਉਣਗੇ। ਹਿਸਾਬ ਲਿਆ ਜਾਵੇ ਤਾਂ ਕੋਈ ਕਿਸੇ ਦੇ ਅੰਦਰ ਸੱਪ ਦੀ ਰੂਹ ਆ, ਸਪੋਲੀਆ ਵਾ। ਇਹ ਸਪੋਲੀਆ ਆਪਾਂ ਕਹਿੰਦੇ ਨਾ, ਸਿਆੜੇ ਬਜ਼ੁਰਗ ਕਹਿ ਦਿੰਦੇ ਇਹਦਾ ਸਪੋਲੀਆ ਵਾ, ਜ਼ਹਿਰ ਨਹੀਂ ਛੱਡਦੀ। ਤਾਂ ਉਹਦਾ ਸਰੀਰ ਬੰਦੇ ਦਾ ਵਾ ਪਰ ਰੂਹ ਕਾਹਦੀ ਜੰਮੀ ਆ? ਸਪੋਲੀਏ ਦੀ। ਤਾਂ ਮਹਾਰਾਜ ਕਹਿੰਦੇ ਨੇ ਇਹ ਉਹ ਰੂਹਾਂ ਜੇ ਕੋਈ ਕਵੇ ਫਿਰ ਜੀ 84 ਹੈ ਨਹੀਂ ਤੇ 84 ਫਿਰ ਬੰਦਿਆਂ ਚ ਆ ਗਈ ਆ। ਫਿਰ ਤਾਂ ਸ਼ਕਲ ਬੰਦੇ ਦੀ, ਸੂਰਤ ਬੰਦੇ ਦੀ, ਸਰੀਰ ਬੰਦੇ ਦਾ, ਪਰ ਕਰਤੂਤਾਂ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਲੋਕ ਵਿਚਾਰਾ ਕਰੇ ਦਿਨ ਰਾਤ। ਇਹ ਬਿਰਤੀਆਂ ਵਾ ਨਾ, ਸੁਭਾਅ ਨੇ। ਜਿਹੜਾ ਲੋਭੀ ਹੋਵੇ ਉਹਨੂੰ ਗੁਰਬਾਣੀ ਹਲਕਾਇਆ ਕੁੱਤਾ ਕਹਿੰਦੀ ਹੈ। ਇਹ ਸਰੀਰ ਬੰਦੇ ਦਾ ਹੈ ਪਰ ਹਲਕਾਇਆ ਕੁੱਤਾ ਤੁਰਿਆ ਫਿਰਦਾ ਹੈ। ਇਸੇ ਤਰ੍ਹਾਂ ਹੋਰ ਵੀ ਬੜੇ ਪ੍ਰਮਾਣ ਨੇ। ਤਾਂ ਏਕ ਮੂਰਤ ਅਨੇਕ ਦਰਸ਼ਨ। ਵੈਸੇ ਵਿਚਾਰ ਕਰਦੇ ਪਏ ਸੀ ਵੀ 84 ਲੱਖ ਜੂਨੀਆਂ ਹੈ ਕਿ ਨਹੀਂ। ਅੱਜ ਕੱਲ ਕਹਿ ਦਿੰਦੇ ਨਾ ਸਾਇੰਸ ਮੁਤਾਬਕ ਹੈ ਦੀਆਂ। ਉਹ ਤਾਂ ਵਿਚਾਰ ਦੀ ਥੋੜੀ ਚੇਤੇ ਆ ਗਈ ਵੀ ਏਕ ਮੂਰਤ, ਇੱਕ ਮੂਰਤੀ ਤੋਂ ਅਨੇਕਾਂ ਦਰਸ਼ਨ। ਅਨੇਕਾਂ ਸਰੀਰ ਜਿਹੜੇ ਨੇ ਉਹ ਇੱਕ ਵਾਹਿਗੁਰੂ ਤੋਂ ਪੈਦਾ ਹੋਏ ਨੇ, ਇੱਕ ਤੋਂ ਅਨੇਕ। ਜਿਸ ਵਾਹਿਗੁਰੂ ਪਰਮੇਸ਼ਰ ਨੇ ਕਈ ਪ੍ਰਕਾਰ ਦੇ ਰੰਗਾਂ ਰੂਪਾਂ ਨੂੰ ਰਚਿਆ ਹੈ, ਫਿਰ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਅਨੇਕਾਂ ਹੀ ਦਰਸ਼ਨ। ਦਰਸ਼ਨ ਦਾ ਅਰਥ ਹੈ ਸ਼ਾਸਤਰ, ਗ੍ਰੰਥ ਬਣਾਏ ਕਿ ਸਿੱਖਿਆ ਪ੍ਰਾਪਤ ਹੋਵੇ। ਚੰਗੇ ਮਾੜੇ ਦੀ ਸੋਝੀ ਕਰਾਉਣ ਵਾਸਤੇ ਧਾਰਮਿਕ ਗ੍ਰੰਥ ਬਣਦੇ। ਤਾਂ ਦਰਸ਼ਨ ਦਾ ਅਰਥ ਗ੍ਰੰਥ ਵੀ ਹੁੰਦੇ, ਸ਼ਾਸਤਰ ਵੀ ਹੁੰਦੇ, ਫਿਲਾਸਫੀ ਵੀ ਹੁੰਦੀ। ਤਾਂ ਸਤਿਗੁਰੂ ਫਰਮਾਉਂਦੇ ਹਨ खेल खेल अखेल खेलन अंत को फिर एक। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਖੇਲ ਖੇਲਦਾ ਹੈ। ਅਖੇਲ ਕਹਿੰਦੇ ਜਿਹੜਾ ਖੇਡਣਾ ਕਠਨ, ਜਿਹੜੀ ਖੇਡ ਹਰੇਕ ਨਹੀਂ ਖੇਡ ਸਕਦਾ। ਰੱਬ ਦੀਆਂ ਖੇਡਾਂ ਕਿੱਦਾਂ ਦੀਆਂ ਨੇ? ਅਖੇਲ ਖੇਲਣ। ਅਖੇਲ ਜਿਹੜੀ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਜਿਵੇਂ ਦੁਨੀਆ ਪੈਦਾ ਕਰਨੀ, ਪਾਲਣੀ ਔਰ ਫਿਰ ਲੈਤਾ ਕਰਨੀ, ਕਰਮਾਂ ਮੁਤਾਬਕ ਫਿਰ ਇਸ ਸੰਸਾਰ ਨੂੰ ਛੱਡ ਕੇ ਜਾਣਾ। ਤਾਂ ਇਦਾਂ ਦੀਆਂ ਬੜੀਆਂ ਖੇਡਾਂ ਨੇ ਜਿਹੜੀਆਂ ਅਖੇਲ ਹਰੇਕ ਦੇ ਵੱਸ ਦੀ ਗੱਲ ਨਹੀਂ। ਰੱਬ ਹੀ ਖੇਡ ਸਕਦਾ, ਪਰਮੇਸ਼ਰ ਹੀ ਕਰ ਸਕਦਾ ਹੈ। ਤਾਂ ਉਹ ਕੀ ਹੈ? ਸੰਸਾਰ ਦੀ ਰਚਨਾ। ਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸੰਸਾਰ ਦੀ ਰਚਨਾ ਵਿੱਚ ਉਤਪਤੀ ਕਰਨੀ, ਪਾਲਣਾ ਕਰਨੀ, ਲੈਤਾ ਕਰਨੀ, ਰਿਜ਼ਕ ਦੇਣਾ, ਕਰਮਾਂ ਦਾ ਫਲ ਦੇਣਾ, ਅਰਦਾਸਾਂ ਪੂਰੀਆਂ ਕਰਨੀਆਂ, ਕਾਮਨਾਵਾਂ ਪੂਰੀਆਂ ਕਰਨੀਆਂ, ਮਨ ਦੇ ਮਨੋਰਥ ਸਿੱਧ ਕਰਨੇ, ਜੰਮਣ ਮਰਨ ਤੋਂ ਬਾਹਰ ਕਰਨਾ। ਇਹੋ ਜਿਹੇ ਜਿਹੜੇ ਅਖੇਲ ਹਰੇਕ ਦੇ ਵੱਸ ਦੀ ਗੱਲ ਨਹੀਂ ਖੇਡਣੇ। ਇਹਨਾਂ ਖੇਲਾਂ ਨੂੰ ਖੇਲ ਕੇ ਅੰਤ ਫਿਰ ਓੜਕ ਨੂੰ, ਅੰਤ ਕੋ ਫਿਰ ਏਕ, ਤੇ ਫਿਰ ਇੱਕ ਰੂਪ ਦੇ ਵਿੱਚ ਹੋ ਜਾਂਦਾ ਹੈ।
ਭਾਵੇਂ ਜਿੰਨਾ ਸੰਸਾਰ ਹੈ, ਜਦੋਂ ਇਹ ਖਤਮ ਹੋ ਜਾਂਦਾ ਹੈ ਤਾਂ ਇੱਕ ਰੂਪ ਸਿਰਫ ਅਕਾਲ ਪੁਰਖ ਅੰਤਰਜਾਮੀ ਜੀ ਦਾ ਰਹਿ ਜਾਂਦਾ ਹੈ, ਵਾਹਿਗੁਰੂ ਜੀ ਦਾ ਰਹਿ ਜਾਂਦਾ ਹੈ। ਸਾਰਾ ਸੰਸਾਰ ਉਹਦੇ 'ਚ ਲੈ ਹੋ ਜਾਂਦਾ ਹੈ। ਫਿਰ ਕਿਤੇ ਸਮਾਂ ਆਉਂਦਾ ਹੈ, ਉਹਦੇ ਤੋਂ ਪੈਦਾ ਹੁੰਦਾ ਹੈ, ਅਖੀਰ ਫਿਰ ਉਹਦੇ ਵਿੱਚ ਹੀ ਇਹਨੇ ਜਾ ਕੇ ਸਮਾ ਜਾਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਦੇਵ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਬ। ਜਿਸ ਵਾਹਿਗੁਰੂ ਜੀ ਦਾ ਭੇਦ ਜਾਂ ਅਸਚਰਜ ਸਰੂਪ ਨੂੰ ਦੇਵ ਬ੍ਰਹਮਾ ਆਦਿਕ ਵੀ ਨਹੀਂ ਜਾਣਦੇ। ਜੇ ਵੇਦ ਔਰ ਕਤੇਬ, ਚਾਰ ਵੇਦ ਤੇ ਚਾਰ ਕਤੇਬਾਂ, ਇਹ ਵੀ ਉਸ ਦੇ ਭੇਦ ਨੂੰ ਨਹੀਂ ਦੱਸ ਸਕਦੀਆਂ ਕਿ ਉਹ ਕਿੱਡੀ ਕੁ ਤਾਕਤ ਵਾਲਾ ਹੈ, ਕਦੋਂ ਕਦਾ ਹੈ, ਕਿਸ ਤਰ੍ਹਾਂ ਦਾ ਉਹਦਾ ਸੁਭਾਅ ਹੈ। ਤਾਂ ਇਹ ਕੁਝ ਗਿਆਨਤਾ ਕਰਾਉਂਦੀਆਂ ਨੇ, ਪਰ ਸੰਪੂਰਨ ਉਹਦਾ ਭੇਦ ਕਿਸੇ ਤੋਂ ਵੀ ਪਾਇਆ ਨਹੀਂ ਜਾਂਦਾ। ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਿਹ ਜੀਬ। ਜੀਬ ਦਾ ਅਰਥ ਮਹਾਂਪੁਰਸ਼ ਕਰਦੇ ਨੇ, ਫਾਰਸੀ ਦਾ ਸ਼ਬਦ ਹੈ, ਅਰਥ ਕੀ ਹੋਇਆ? ਸੋਭਾ, ਉਪਮਾ। ਹੇ ਅਕਾਲ ਪੁਰਖ ਤੇਰੀ ਜੇਬ, ਤੇਰੀ ਉਪਮਾ, ਸ਼ੋਭਾ ਆਦਿਕ ਸ਼ੁਭ ਗੁਣਾਂ ਨੂੰ ਕਿਸੇ ਪ੍ਰਕਾਰ ਵੀ ਨਹੀਂ ਜਾਣਿਆ ਜਾ ਸਕਦਾ। ਤੇਰਾ ਰੂਪ ਰੰਗ ਤੇ ਜਾਤ ਬਰਾਦਰੀ ਆਦਿ ਕੁਝ ਹੈ ਹੀ ਨਹੀਂ, ਕੇਵਲ ਨਿਰਾਕਾਰ ਸਰੂਪ ਹੈ। ਤੇ ਜਿਹਦੀਆਂ 6 ਚੀਜ਼ਾਂ ਪਕੜ ਦੇ ਵਿੱਚ ਆਉਣ, ਉਹਦਾ ਸਾਡੀ ਬੁੱਧੀ ਗਿਆਨ ਪ੍ਰਾਪਤ ਕਰਦੀ। ਉਹ ਕਿਹੜੀ ਆ? ਜਾਤੀ, ਵਿਅਕਤੀ, ਗੁਣ, ਗੁਣੀ, ਕਿਰਿਆ, ਕਿਰਿਆਵਾਨ। ਇਹਨਾਂ 6 ਦਾ ਵਰਣਨ ਕਰਨ ਤੱਕ ਹੀ ਸਾਡੀ ਗਮਤਾ ਹੈ। ਹੁਣ ਵਾਹਿਗੁਰੂ ਦੀ ਜਾਤ ਕੋਈ ਨਹੀਂ, ਵਿਅਕਤੀ ਸਰੀਰ ਕੋਈ ਨਹੀਂ, ਕਿਰਿਆ ਕੋਈ ਨਹੀਂ, ਉਹਦੇ ਵਿੱਚ ਗੁਣ ਗੁਣੀ ਭਾਵ ਤੋਂ ਰਹਿਤ ਹੈ। ਇਸ ਲਈ ਉਸ ਵਾਹਿਗੁਰੂ ਨੂੰ ਇਸ ਜ਼ਬਾਨ ਦੇ ਨਾਲ ਸੰਪੂਰਨ ਕੋਈ ਵੀ ਕਥਨ ਨਹੀਂ ਕਰ ਸਕਦਾ, ਭਾਵੇਂ ਵੇਦ ਆ, ਭਾਵੇਂ ਕਤੇਬ ਹੈ, ਭਾਵੇਂ ਦੇਵਤੇ ਨੇ, ਕੋਈ ਵੀ ਉਹਨੂੰ ਕਥਨ ਨਹੀਂ ਕਰ ਸਕਦਾ। ਕਿਉਂਕਿ ਉਹਦਾ ਰੂਪ ਰੰਗ ਆਦਿਕ 6 ਚੀਜ਼ਾਂ ਜਿਹੜੀਆਂ ਨੇ ਉਹ ਪਕੜ ਦੇ ਵਿੱਚ ਨਹੀਂ ਆਉਂਦੀਆਂ। ਤੇ ਜਿਹਦੀਆਂ 6 ਚੀਜ਼ਾਂ ਪਕੜ ਦੇ ਵਿੱਚ ਆਉਣ, ਉਹਦਾ ਸੰਪੂਰਨ ਕਥਨ ਹੋ ਸਕਦਾ ਹੈ, ਉਹਦੀ ਵਿਆਖਿਆ ਹੋ ਸਕਦੀ ਹੈ। ਪਰ ਵਾਹਿਗੁਰੂ ਜੀ ਤੇ ਰੂਪ ਰੰਗ ਵਿਅਕਤੀ ਦੇਹ ਆਦਿਕ ਗੁਣ ਗੁਣੀ ਭਾਵ ਆਦਿਕ ਧਰਮਾਂ ਤੋਂ ਰਹਿਤ ਨੇ। ਇਸ ਕਰਕੇ ਸੱਚੇ ਪਾਤਸ਼ਾਹ ਤੇਰੀ ਕਿੰਨੀ ਕੁ ਕੋਈ ਸ਼ੋਭਾ ਕਰੇ, ਵਡਿਆਈ ਕਰੇ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਵੈਸੇ ਵੀ ਜਿਹੜਾ ਪ੍ਰਤੱਖ ਹੁੰਦਾ ਨਾ, ਉਹ 3 ਤਰ੍ਹਾਂ ਦਾ ਹੁੰਦਾ। ਜਿਵੇਂ ਕੋਈ ਚੀਜ਼ ਪ੍ਰਤੱਖ ਆਪਾਂ ਨੂੰ ਦਿਖਦੀ ਹੈ, ਇੱਕ ਦੂਜੇ ਨੂੰ ਆਪਾਂ ਦੇਖਦੇ ਪਏ ਹੁਣ, ਇਹ ਕੀ ਆ? ਪ੍ਰਤੱਖ ਦਰਸ਼ਨ। ਇਹਦੇ ਵਿੱਚ ਅੱਖਾਂ ਕੰਮ ਕਰਦੀਆਂ ਨੇ। ਇਸ ਤਰ੍ਹਾਂ ਪ੍ਰਤੱਖ ਪਰਮੇਸ਼ਰ ਦਾ ਨਹੀਂ ਹੁੰਦਾ। ਜਿੱਦਾਂ ਇੱਕ ਸਰੀਰ ਦੂਜੇ ਸਰੀਰ ਨੂੰ ਦਿਖਦਾ ਹੈ, ਇਸ ਤਰ੍ਹਾਂ ਸ਼ਾਇਦ ਵਾਹਿਗੁਰੂ ਜੀ ਦੇ ਦਰਸ਼ਨ ਸਰਗੁਣ ਸਰੂਪ ਦੇ ਭਾਵਨਾ ਕਰਕੇ ਹੋ ਸਕਦੇ ਆ। ਨਿਰਗੁਣ ਸਰੂਪ ਦੀ ਜਿਹੜੀ ਜਿਸ ਵਾਹਿਗੁਰੂ ਦੀ ਗੱਲ ਇੱਥੇ ਚੱਲਦੀ ਪਈ, ਜਿਹਨੂੰ ਜੋਤ ਰੂਪ ਕਹਿ ਦਿੰਦੇ ਸਮਝਣ ਸਮਝਾਉਣ ਵਾਸਤੇ, ਨਹੀਂ ਤੇ ਜੋਤ ਰੂਪ ਵੀ ਨਹੀਂ ਕਿਹਾ ਜਾ ਸਕਦਾ ਉਹਨੂੰ, ਇਹ ਤਾਂ ਸਿਰਫ ਸਮਝਣ ਸਮਝਾਉਣ ਵਾਸਤੇ ਨੇ ਵੀ ਉਹ ਜੋਤ ਰੂਪ। ਤਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਦਾ ਪ੍ਰਤੱਖ ਇਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਇੱਕ ਦੂਜੇ ਦਾ ਪ੍ਰਤੱਖ ਦਰਸ਼ਨ ਕਰਦੇ ਆ। ਸਰੀਰਾਂ ਨੂੰ ਸਰੀਰ ਦੇਖਦੇ ਨੇ, ਵਸਤੂ ਦੇਖਦੀ ਹੈ। ਇੱਕ ਹੀ ਹੁੰਦਾ ਪ੍ਰਤੱਖ ਪ੍ਰਮਾਣ, ਦੂਸਰਾ ਹੁੰਦਾ ਹੈ ਅਨੁਭਵ ਜਾਂ ਅਨੁਮਾਨ ਪ੍ਰਮਾਣ। ਅਨੁਮਾਨ ਕੀ? ਅੰਦਾਜ਼ਾ ਲਾ ਲੈਣਾ। ਜਿਵੇਂ ਧੂਏ ਨੂੰ ਦੇਖ ਕੇ ਅੱਗ ਦਾ ਅੰਦਾਜ਼ਾ ਹੋ ਗਿਆ ਵੀ ਇੱਥੇ ਧੂਆਂ ਵਾ ਤਾਂ ਇੱਥੇ ਅੱਗ ਜ਼ਰੂਰ ਹੋਊ। ਇਸ ਤਰ੍ਹਾਂ ਦੂਸਰਾ ਅਨੁਭਵ ਪ੍ਰਮਾਣ ਮੰਨਿਆ ਹੈ।
ਜਿਵੇਂ ਸਿਰ ਪੀੜ ਹੈ, ਇਹ ਦਿਖਦੀ ਤਾਂ ਨਹੀਂ ਆ, ਪਰ ਜਿਹਨੂੰ ਹੁੰਦੀ ਉਹਦੀਆਂ ਚੀਕਾਂ ਨਿਕਲਦੀਆਂ ਪਈਆਂ। ਇਸੇ ਤਰ੍ਹਾਂ ਹੋਰ ਕੋਈ ਦੁੱਖ ਹੈ, ਦੁੱਖ ਦਿਖਦਾ ਤਾਂ ਨਹੀਂ ਹੁੰਦਾ, ਨਾ ਹੀ ਕੋਈ ਦਿਖਾ ਸਕਦਾ, ਪਰ ਜਿਹਨੂੰ ਹੁੰਦਾ ਉਹਨੂੰ ਪਤਾ ਵਾ, ਜਿਸ ਤਨ ਲੱਗੈ ਸੋਈ ਜਾਣੈ। ਜਿਵੇਂ ਕੋਈ ਸਾਧੂ ਮਹਾਤਮਾ ਸੀ ਨਾ, ਉਹਨੂੰ ਇੱਕ ਸੱਜਣ ਨੇ ਬੜਾ ਤੰਗ ਕਰਨਾ ਵੀ ਮੈਨੂੰ ਰੱਬ ਦਿਖਾ। ਹੁਣ ਰੱਬ ਕੋਈ ਇਦਾਂ ਦੀ ਸ਼ੈ ਥੋੜੀ ਹੈ ਵੀ ਤੁਸੀਂ ਕੱਢ ਕੇ ਜੇਬ ਚੋਂ ਤੇ ਦਿਖਾ ਦਿਓ, ਜਿੱਦਾਂ ਆਈਡੀ ਕਾਰਡ ਬਣਿਆ ਹੁੰਦਾ, ਆਧਾਰ ਕਾਰਡ ਬਣਿਆ ਹੁੰਦਾ, ਕੋਈ ਆਈਡੀ ਕੱਢ ਕੇ ਦਿਖਾ ਦਿਓ ਵੀ ਆ। ਰੱਬ ਇਦਾਂ ਦੀ ਸ਼ੈ ਤੇ ਹੈ ਨਹੀਂ। ਉਹਨੇ ਹਟਣਾ ਨਾ ਤੰਗ ਕਰਨੋਂ, ਤੇ ਮਹਾਤਮਾ ਨੇ ਸੋਚਿਆ ਵੀ ਹੁਣ ਸਿੱਖਿਆ ਇਹਨੂੰ ਸਮਝਾਈ ਵੀ ਆ ਗੱਲ ਵੀ ਇਦਾਂ ਨਹੀਂ ਹੁੰਦਾ ਕੁਝ। ਇਸ ਤਰ੍ਹਾਂ ਕੁਝ ਨਹੀਂ ਹੁੰਦਾ, ਬੰਦਗੀ ਕਰਨੀ ਪੈਂਦੀ, ਭਗਤੀ ਕਰਨੀ ਪੈਂਦੀ, ਫਿਰ ਅਵਸਥਾ ਬਣਦੀ ਆ। ਤੇ ਜਦੋਂ ਉਹ ਅਵਸਥਾ ਬਣ ਜਾਂਦੀ ਹੈ, ਫਿਰ ਉਹਦਾ ਸੁਫੁਰਨ ਹੁੰਦਾ। ਜਿਵੇਂ ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਕਹਿੰਦੇ ਨਾ, ਹੋਏ ਆਤਮ ਗਿਆਨ ਤੇ ਸੁਫੁਰਨ ਸਰੂਪ। ਜਿਹੜਾ ਕੋਈ ਕਵੇ ਨਾ ਵੀ ਆ ਸਾਡੇ ਵੀ ਆ ਬ੍ਰਹਮ ਗਿਆਨੀ ਆ, ਤਾਂ ਉਹਨੂੰ ਪੁੱਛੋ ਵੀ ਜਿਹੜੀ ਤੇਰੀ ਅੰਦਰ ਬੈਠੀ ਆਤਮਾ ਵਾ, ਉਹ ਮਹਿਸੂਸ ਹੋਈ ਆ ਕਦੀ? ਆ ਜਦੋਂ ਸਾਹ ਮਹਿਸੂਸ ਹੁੰਦਾ ਨਾ, ਚੱਲਦਾ, ਨਬਜ ਚੱਲਦੀ, ਧੜਕਣ, ਦਿਲ, ਏਦਾਂ ਕਦੀ ਆਤਮਾ ਸਰੀਰ 'ਚ ਬੈਠੇ ਮਹਿਸੂਸ ਹੋਈ ਆ ਕਦੀ? ਹੁਣ ਕਹਿੰਦੇ ਤੇ ਸਾਰੇ ਆ ਵੀ ਸਰੀਰ ਵਿੱਚ ਆਤਮਾ ਮਹਿਸੂਸ ਹੋਈ ਕਦੀ? ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਿਸੂਸ ਹੋਈ ਕਦੀ? ਜੇ ਨਹੀਂ ਹੋਈ ਤੇ ਕਹਿੰਦੇ ਫਿਰ ਆਤਮ ਗਿਆਨ ਨਹੀਂ ਤੈਨੂੰ ਹੋਇਆ, ਐਵੇਂ ਭੁਲੇਖੇ 'ਚ ਨਾ ਤੁਰਿਆ ਫਿਰ। ਹੋਏ ਆਤਮ ਗਿਆਨ ਤੇ ਸੁਫੁਰਨ ਸਰੂਪ। ਜਿਹਨੂੰ ਗਿਆਨ ਹੋ ਜਾਂਦਾ ਹੈ ਉਹਨੂੰ ਫਿਰ ਆਤਮਾ ਦਾ ਸੁਫੁਰਨ ਹੁੰਦਾ। ਹੁਣ ਸੁਫੁਰਨ ਦੇ ਕਈ ਅਰਥ ਹੋ ਸਕਦੇ, ਪਰ ਜੇ ਸੌਖਾ ਜਿਹਾ ਅਰਥ ਕਰੀਏ ਮੋਟੀ ਜੀ ਬੁੱਧੀ ਨਾਲ, ਮੰਨ ਲਓ ਕੋਈ ਚੀਜ਼ ਮਹਿਸੂਸ ਹੁੰਦੀ, ਤਾਂ ਕਈ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਦਿਖਣ 'ਚ ਨਹੀਂ ਆਉਂਦੀਆਂ ਪਰ ਮਹਿਸੂਸ ਹੁੰਦੀਆਂ। ਜਿਵੇਂ ਦੁੱਖ ਦਿਖਣ 'ਚ ਨਹੀਂ ਆਉਂਦਾ, ਮਹਿਸੂਸ ਹੁੰਦਾ। ਉਹ ਸਾਧ ਨੂੰ ਗੁੱਸਾ ਚੜਿਆ ਤੇ ਉਹਨੇ ਇੱਟ ਪਈ ਸੀ ਤੇ ਵੱਟ ਕੇ ਮਾਰੀ, ਉਹਦਾ ਸਿਰ ਖੁੱਲ ਗਿਆ, ਜਿਹੜਾ ਬ੍ਰਹਮ ਗਿਆਨ ਭਾਲਦਾ ਸੀ। ਰਾਜੇ ਪਾਸ ਕੇਸ ਚਲੇ ਗਿਆ, ਪਰਚੇ ਹੋ ਗਏ ਦੋਵਾਂ ਤਰ੍ਹਾਂ ਦੇ। ਰਾਜਾ ਕਹਿੰਦਾ ਮਹਾਰਾਜ ਮੈਂ ਬੜਾ ਸਤਿਕਾਰ ਕਰਦਾ ਸੀ ਤੁਹਾਡਾ, ਪਰ ਇਹ ਗੱਲ, ਇਹ ਕਰਤੂਤ ਇਹ ਕੋਈ ਚੰਗੀ ਗੱਲ ਥੋੜੀ ਹੈ ਤੁਹਾਡੇ ਵਾਸਤੇ। ਤੁਸੀਂ ਵੀ ਉਹ ਕੰਮ ਕਰਦੇ ਜਿਹੜੇ ਦੁਨਿਆਵੀ ਲੋਕ ਕਰਦੇ, ਫਿਰ ਤੁਹਾਡਾ ਤੇ ਦੁਨਿਆਵੀ ਬੰਦਿਆਂ ਦਾ ਫਰਕ ਹੀ ਕੀ ਹੈ? ਮੰਨ ਲਓ ਇੱਕ ਦੁਨਿਆਵੀ ਬੰਦਾ ਵਾ, ਸ਼ਰਾਬ ਪੀਂਦਾ ਵਾ, ਮਾਸ ਖਾਂਦਾ ਵਾ, ਅੱਛਾ ਇੱਕ ਧਰਮੀ ਬੰਦਾ ਵਾ, ਉਹ ਵੀ ਕਰੀ ਜਾਂਦਾ, ਪਰ ਦੋਵਾਂ ਦਾ ਫਰਕ ਕੀ ਹੈ? ਸਵਾ। ਧਰਮ ਤੇ ਵਿਲੱਖਣ ਚੀਜ਼ ਆ ਨਾ ਸੰਸਾਰ ਦੇ ਵਿਸ਼ਿਆਂ ਤੋਂ, ਵਿਕਾਰਾਂ ਤੋਂ, ਤੇ ਜੇ ਉਹੋ ਹੀ ਖੇ ਇੱਥੇ ਖਾਣੀ ਆ ਧਰਮ ਦੇ ਵਿੱਚ ਆਣ ਕੇ, ਤੇ ਫਿਰ ਫਰਕ ਕੀ ਆ ਤੁਹਾਡੇ ਧਰਮ ਦਾ? ਇਹ ਸਵਾਲ ਦਾ ਜਵਾਬ ਦੇਵੇ ਕੋਈ। ਧਰਮ ਜਿਹੜਾ ਹੁੰਦਾ ਉਹ ਵੱਖਰਾ ਹੁੰਦਾ ਸੰਸਾਰ ਦਾ, ਜਿਹੜਾ ਸੰਸਾਰ ਦੀ ਪਕੜ ਤੋਂ, ਵਿਸ਼ੇ ਵਿਕਾਰਾਂ ਤੋਂ ਬੰਦੇ ਨੂੰ ਉੱਪਰ ਚੁੱਕ ਦਿੰਦਾ। ਤਾਂ ਹੋਇਆ ਕੀ ਫਿਰ? ਉਹ ਸੰਤ ਕਹਿੰਦੇ ਬਈ ਇਹ ਕਹਿੰਦਾ ਸੀ ਰੱਬ ਵਿਖਾ। ਮੈਂ ਇਹਨੂੰ ਪੂਰਾ ਸਮਝਾਇਆ ਵੀ ਰੱਬ ਇਦਾਂ ਨਹੀਂ ਹੁੰਦਾ। ਨਹੀਂ ਹਟਿਆ, ਨਹੀਂ ਹਟਿਆ। ਮੈਂ ਆਖਿਆ ਚੱਲ ਫਿਰ ਵਿਖਾ ਹੀ ਦਿੰਨੇ ਆ ਰੱਬ, ਫਿਰ ਇਦਾਂ ਨਹੀਂ ਸੀ। ਜੇ ਪ੍ਰਤੱਖ ਪ੍ਰਮਾਣ ਨਹੀਂ ਸੁਝਦਾ ਤੇ ਅਨੁਮਾਨ ਪ੍ਰਮਾਣ ਲਾ ਲੈਨੇ ਆ, ਫਿਰ ਮੈਂ ਇੱਟ ਮਾਰੀ ਵੱਟ ਗਿਆ। ਉਹ ਕਹਿੰਦਾ ਜੀ ਰੱਬ ਰੂਪ ਤੇ ਕੋਈ ਨਹੀਂ ਵੇਖਿਆ, ਪਰ ਸਿਰ ਜ਼ਰੂਰ ਪੜਵਾ ਲਿਆ। ਤੇ ਜਨਾਬ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ, ਮੇਰੀ ਜਾਨ ਨਿਕਲਦੀ ਪਈ ਆ। ਸੰਤ ਕਹਿੰਦਾ ਵਿਖਾ, ਤੁਹਾਨੂੰ ਕਿਸੇ ਨੂੰ ਇੱਥੇ ਕਚਹਿਰੀ 'ਚ ਦੇਖਦਾ ਪਿਆ ਵੀ ਇਹਦੀ ਜਾਨ ਨਿਕਲਦੀ ਪਈ? ਉਹ ਕਹਿੰਦਾ ਮੈਨੂੰ ਪੁੱਛੋ, ਮੇਰੀ ਥਾਂ ਤੇ ਹੋ ਨਾ, ਮੇਰੀ ਥਾਂ ਤੇ ਜੇ ਤੁਹਾਡਾ ਸਿਰ ਪਾਟਿਆ ਹੋਵੇ ਤੇ ਮੈਨੂੰ ਪੁੱਛੋ। ਉਹ ਕਹਿੰਦੇ ਤੂੰ ਕਿਸੇ ਨੂੰ ਵੀ ਦੱਸ ਸਕਦਾ ਵਾ ਵੀ ਜਿੰਨਾ ਤੈਨੂੰ ਦੁੱਖ ਹੋ ਰਿਹਾ ਵਾ, ਇੰਨਾ ਕਿਸੇ ਨੂੰ ਇਹ ਵਿਖਾ ਸਕਦਾ ਵਾ? ਕਹਿੰਦਾ ਨਹੀਂ ਵਿਖਾ ਤਾਂ ਨਹੀਂ ਸਕਦਾ, ਪਰ ਜਿਹਦੇ ਵੱਜੀ ਉਹਨੂੰ ਪਤਾ। ਇਹਨੂੰ ਕੀ ਕਹਿੰਦੇ? ਅਨੁਮਾਨ ਪ੍ਰਮਾਣ। ਸੰਤ ਕਹਿੰਦੇ ਜਿਹਨੂੰ ਪਰਮੇਸ਼ਰ ਮਿਲਿਆ ਉਹਨੂੰ ਪਤਾ।
ਇਹ ਜ਼ਰੂਰੀ ਨਹੀਂ ਵੀ ਉਹ ਕਿਸੇ ਨੂੰ ਵਿਖਾ ਸਕੇ। ਜਿਵੇਂ ਕੋਈ ਮਾਰਵਾੜੀ ਸੀ ਤੇ ਮਾਰਵਾੜੀ ਬਹੁਤ ਵੱਡੇ ਬਿਜ਼ਨਸਮੈਨ ਹੁੰਦੇ, ਉਹਨੇ ਕਿਸੇ ਤੋਂ ਗੋਦਾਮ ਕਿਰਾਏ ਤੇ ਲੈ ਲਿਆ। ਜਦੋਂ ਗੋਦਾਮ ਕਿਰਾਏ ਤੇ ਲਿਆ, ਮਾਲ ਪਾ ਲਿਆ, ਪਹਿਲਾਂ ਪਹਿਲਾਂ ਤੇ ਕਿਰਾਇਆ ਦਿੰਦਾ ਰਿਹਾ, ਬਾਅਦ ਚ ਹਟ ਗਿਆ ਦੇਣੋਂ। ਹੋਇਆ ਕਿ ਮਾਲਕ ਨੇ ਕੇਸ ਕਰ ਦਿੱਤਾ, ਜੀ ਗੋਦਾਮ ਖਾਲੀ ਨਹੀਂ ਕਰਦਾ। ਪੰਚਾਇਤ ਗਈ, ਪੰਚਾਇਤ ਦੇ ਉਹ ਪੈਰ ਹੀ ਨਾ ਲੱਗਣ ਦੇਵੇ। ਉਹ ਕਵੇ ਤੁਸੀਂ ਗੋਦਾਮ ਸਿੱਧ ਕਰ ਦੋ ਤੇ ਮੈਂ ਖਾਲੀ ਕਰ ਦੂੰ। ਸਾਰੀ ਪੰਚਾਇਤ ਗੋਦਾਮ ਚ ਗਈ, ਕਹਿੰਦੇ ਇਹ ਗੋਦਾਮ ਆ, ਕਹਿੰਦਾ ਇਹਦੇ ਬੋਰੀਆਂ ਵਾ। ਜਿਹਨੂੰ ਤੁਸੀਂ ਗੋਦਾਮ ਕਹਿੰਦੇ ਉਹ ਕਿਹੜੀ ਬਲਾ ਵਾ, ਉਹ ਦੱਸੋ ਮੈਨੂੰ। ਜਿੱਦਾਂ ਰਾਜੇ ਜਨਕ ਨੂੰ ਅਸ਼ਟਾਵਕਰ ਜੀ ਨੇ ਕੀ ਆਖਿਆ, ਤੂੰ ਕੌਣ ਆ? ਕਹਿੰਦਾ ਮੈਂ ਜਨਕ। ਕਹਿੰਦਾ ਦਿਖਾ ਕਿੱਥੇ ਆ? ਉਹਨੇ ਆਪਦੇ ਛਾਤੀ ਤੇ ਹੱਥ ਮਾਰਿਆ, ਮੈਂ ਜਨਕ। ਉਹ ਕਹਿੰਦੇ ਇਹ ਤੇ ਛਾਤੀ ਆ, ਜਨਕ ਕਿੱਥੇ ਆ? ਮੱਥੇ ਨੂੰ ਹੱਥ ਲਾਓ, ਇਹ ਮੱਥਾ ਹੈ। ਅੱਖਾਂ ਨੂੰ ਹੱਥ ਲਾਓ, ਇਹ ਅੱਖਾਂ। ਨੱਕ ਨੂੰ ਹੱਥ ਲਾਓ, ਇਹ ਨਾਕਾ। ਬਾਹਾਂ ਨੂੰ ਹੱਥ ਲਾਓ, ਬਾਹਾਂ ਵਾ। ਜਨਕ ਕਿੱਥੇ ਆ? ਜਨਕ ਕਿਹੜੀ ਸ਼ੈ ਆ ਸਰੀਰ ਦੇ ਵਿੱਚ? ਤਾਂ ਜਦੋਂ ਸਾਡੇ ਘਰ ਕੋਈ ਬੱਚਾ ਜੰਮਦਾ, ਅਸੀਂ ਨਾਂ ਰੱਖ ਦਿੰਨੇ ਫਲਾਨਾ ਸਿੰਘ। ਉਹ ਸਾਰੇ ਸੰਘਾਤ ਦਾ ਨਾਮ ਆ ਫਲਾਨਾ ਸਿੰਘ। ਜੇ ਕੱਲੀ ਕੱਲੀ ਚੀਜ਼ ਨੋਟ ਕਰੋ, ਇਹ ਹੱਥ ਆ, ਇਹ ਪੈਰ ਆ, ਇਹ ਲੱਤਾਂ ਵਾ, ਇਹ ਬਾਹਾਂ ਵਾ, ਇਹ ਗੋਡੇ ਆ, ਗਿੱਟੇ ਆ, ਤੇ ਫਲਾਨਾ ਸਿੰਘ ਕਿੱਥੇ ਆ? ਤਾਂ ਉਹ ਮਾਰਵਾੜੀ ਬਹੁਤ ਸ਼ੈਤਾਨ ਸੀ। ਉਹ ਕਹਿੰਦਾ ਗੋਦਾਮ ਕਿੱਥੇ ਆਏ? ਤਾਂ ਬੋਰੀਆਂ, ਇਹ ਤਾਂ ਸਮਾਨ ਆ, ਮੇਰਾ ਮਾਲ ਆ, ਗੋਦਾਮ ਕਿੱਥੇ ਆ? ਚਲੋ ਸੰਤਾਂ ਕੋਲੇ ਫੈਸਲਾ ਆ ਗਿਆ। ਸੰਤ ਕਹਿੰਦੇ ਲੈ ਇਹ ਵੀ ਕੋਈ ਗੱਲ ਹੈ। ਉਹਨਾਂ 4 ਬੰਦੇ ਭੇਜੇ। 4 ਬੰਦਿਆਂ ਨੂੰ ਆਖਿਆ ਇਹਦਾ ਸਮਾਨ ਕੱਢ ਕੇ ਬਾਹਰ ਮਾਰੋ, ਗੋਦਾਮ ਲੱਭ ਦਾਂਗੇ ਤੁਹਾਨੂੰ। ਉਹਨਾਂ ਆਣ ਕੇ ਸਮਾਨ ਕੱਢ ਕੇ ਬਾਹਰ ਮਾਰਿਆ, ਤੇ ਜਿਹੜਾ ਖਾਲੀ ਥਾਂ ਸੀ ਉਹ ਕੀ ਸੀ? ਗੋਦਾਮ। ਤਾਂ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦੇ ਕਿਸੇ ਨੇ ਦਰਸ਼ਨ ਕਰਨੇ ਆ, ਤਾਂ ਜੇ ਪੰਚਾਇਤ ਪਾਸ ਜਾਵੇ, ਕਾਮ ਕ੍ਰੋਧ ਪਾਸ ਜਾਵੇ, ਤੇ ਗੱਲ ਬਣਦੀ ਨਹੀਂ, ਨਿਬੜਦੀ ਨਹੀਂ। ਮਨ ਪਾਸ ਜਾਵੇ, ਬੁੱਧੀ ਪਾਸ ਜਾਵੇ, ਤੇ ਗੱਲ ਬਣਦੀ ਨਹੀਂ, ਨਿਬੜਦੀ ਨਹੀਂ। ਕਿਹਦੇ ਪਾਸ ਜਾਵੇ? ਸੰਤਾਂ ਪਾਸ ਜਾਵੇ, ਗੁਰੂ ਪਾਸ ਜਾਵੇ। ਤਾਂ ਗੁਰੂ ਸਾਹਿਬ ਜਾਂ ਸੰਤ ਫਿਰ 4 ਬੰਦੇ ਦਿੰਦੇ। ਉਹ ਕੀ ਆ? ਪ੍ਰਥਮ ਵਿਵੇਕ, ਵਿਰਾਗ, ਪੁੰਨ। ਪਹਿਲਾ ਵਿਵੇਕ, ਦੂਜਾ ਵਿਰਾਗ, ਤੀਜੀ ਖੱਟ ਸੰਪत्ति, ਤੇ ਚੌਥੀ ਮੁਮੁਖਸ਼ਤਾ। ਇਹ 4 ਚੀਜ਼ਾਂ ਦਿੱਤੀਆਂ ਸੰਤ ਨੇ, ਤੇ ਕਿਹਾ ਚਲੇ ਲੈ ਜਾ। ਮਨ ਕੀ ਆ? ਖਿਆਲਾਂ ਨਾਲ ਭਰਿਆ। ਮਨ ਕੋਈ ਸੁਤੰਤਰ ਚੀਜ਼ ਨਹੀਂ ਆ, ਮਨ ਤਾਂ ਖਿਆਲ ਹੀ ਆ ਬਸ, ਮਾੜੇ ਤੇ ਚੰਗੇ। ਤਾਂ ਇਹਨਾਂ 4 ਦੇ ਨਾਲ ਮਨ ਖਾਲੀ ਕਰਦੇ। ਜਦੋਂ ਮਨ ਖਾਲੀ ਹੋ ਜਾਵੇਗਾ, ਖਿਆਲ ਚੱਲਣੋਂ ਹਟ ਜਾਣਗੇ। ਉਹ ਜਿਹੜੀ ਖਾਲੀ ਥਾਂ ਹੋਊਗੀ, ਉਹ ਕੀ ਹੋਊਗੀ? ਆਤਮਾ। ਉਹ ਕੀ ਹੋਊਗੀ? ਪਰਮਾਤਮਾ। ਤਾਂ ਗੋਦਾਮ ਚੋਂ ਮਾਲ ਕੱਢ ਬਾਹਰ, ਪਹਿਲਾਂ ਫਿਰ ਗੋਦਾਮ ਲੱਭੂਗਾ। ਤਾਂ ਮਨ ਚੋਂ ਸਾਰੇ ਖਿਆਲ ਪਾਸੇ ਕਰ ਦੋ, ਚੰਗੇ ਮਾੜੇ। ਜਿਹੜਾ ਖਾਲੀ ਥਾਂ ਦੇਖਣ ਵਾਲਾ ਵਾ, ਉਹ ਕੀ? ਆਤਮਾ। ਤਾਂ ਪ੍ਰਤੱਖ 2 ਤਰ੍ਹਾਂ ਦਾ ਹੁੰਦਾ। ਇੱਕ ਤਾਂ ਜਿਹੜਾ ਬਾਹਰਲੀਆਂ ਅੱਖਾਂ ਨਾਲ ਦੇਖਦਾ, ਇੱਕ ਪ੍ਰਤੱਖ ਇਦਾਂ ਦਾ ਹੁੰਦਾ ਜਿਹੜਾ ਮਹਿਸੂਸ ਹੁੰਦਾ, ਜਿਵੇਂ ਸਿਰ ਪੀੜ ਹੁੰਦੀ ਆ, ਮੇਰੀ ਜਾਨ ਨਿਕਲਦੀ ਆ, ਪਰ ਦੂਜੇ ਨੂੰ ਨਹੀਂ ਦੱਸ ਸਕਦੇ ਆ। ਉਹ ਕੀ ਹੋ ਗਿਆ? ਅਨੁਮਾਨ ਪ੍ਰਮਾਣ। ਇੱਕ ਪ੍ਰਤੱਖ ਹੁੰਦਾ ਵਾ, ਉਹ ਕੀ ਹੁੰਦਾ? ਸ਼ਾਸਤਰ ਪ੍ਰਮਾਣ। ਜਿਵੇਂ ਸਵਰਗ ਤੇ ਨਰਕ ਵੇਖਿਆ ਕਿਸੇ ਨੇ, ਪਰ ਨਹੀਂ ਅਸੀਂ ਉੱਤੇ ਯਕੀਨ ਕਰਦੇ ਹਾਂ। ਕਿਉਂ? ਸਾਡੇ ਧਾਰਮਿਕ ਗ੍ਰੰਥਾਂ 'ਚ ਲਿਖੇ। ਹੁਣ ਨਾ ਤੇ ਉਹ ਅੱਖਾਂ ਨਾਲ ਹੀ ਦੇਖਦੇ ਆ ਸਵਰਗ ਨਰਕ, ਤੇ ਨਾ ਉਹ ਮਹਿਸੂਸ ਹੀ ਹੁੰਦੇ ਆ। ਜਿਵੇਂ ਸਿਰ ਪੀੜ ਮਹਿਸੂਸ ਹੁੰਦੀ ਹੈ, ਦੁੱਖ ਸੁੱਖ ਮਹਿਸੂਸ ਹੁੰਦਾ ਹੈ, ਤਾਂ ਏਦਾਂ ਨਾ ਹੀ ਉਹ ਮਹਿਸੂਸ ਹੁੰਦੇ। ਉੱਥੇ ਤੀਸਰਾ ਪ੍ਰਮਾਣ ਲੱਗਦਾ। ਉਹ ਕੀ ਆ? ਆਗਮ ਪੁਰਾਣ ਪ੍ਰਮਾਣ। ਵੀ ਜੋ ਧਾਰਮਿਕ ਗ੍ਰੰਥ ਕਹਿੰਦੇ ਆ ਉਹ ਸੱਤ ਹੈ। ਕਈ ਕੋਟ ਨਰਕ ਸੁਰਗ ਅਵਤਾਰ,
जो गुरबाणी च लिखिया वो सत है। तो इस तरह जिहड़ा वाहिगुरू परमेश्वर है, ओदी कोई चीज रूप रंग रेखा जे दिखे तो ओदा कोई वर्णन करे। तो महाराज कलगीधर कहते ने कि जिस परमेश्वर दे रूप रंग नूं कोई जान ही नहीं सकता, जात पात नूं कोई जान ही नहीं सकता, किह जेब ओदी शोभा किन्नी का, ओदी वडियाई किन्नी का, किस तरह कोई कर सकता। ये तो बस जिस तन लग सोई जाने। जिवें जेरे शरीर नूं कोई रोग लगा ओदे दुख नूं ओही जानदा। इसे तरह जिन्हों परमेश्वर की प्राप्ति हुई है ये ओही जानता है, होर किसी नूं ये चीज दिखाई नहीं जा सकती, बखावा नहीं किया जा सकता। इसे करके गुरबाणी कहती ना, जिन हर पायो उन्होंने वाहिगुरू नूं छिपा के रखिया, जां हुण नजीक खुदाए दे भेत ना किसे देण। उहदा भाव है भी इस चीज शो ऑफ नहीं तुसीं कर सकते। तो महाराज फरमाउंदे हन भी उहदी शोभा किस तरह वर्णन की जा सकती है, जिहदा रूप रंग ही नहीं जानिया जा सकता, जात पात ही नहीं जानी जा सकती। तात मात ना जात जाकर जन्म मरण विहीन। हे अकाल पुरख जी, तेरा स्वरूप ऐसा आश्चर्य है कि तात मात ना जात जाकर। जिस वाहिगुरू सच्चे पातशाह जी दा जाकर, जिसदा तात मात पिता ते माता और जात जाति ये कुछ भी उहदे उत्ते लागू नहीं हुंदा। ना कोई उहदा माता है, ना कोई उहदा पिता है, ना कोई उहदी जाति है। ये सारियां चीज़ां शरीर जम्मण तो बाद लागू होंदियां। जदों शरीर ही नहीं आ तो ना कोई जात ही आ, ना कोई माता ही आ, ना कोई उहदा पिता ही आ। ते ओ वाहिगुरू परमेश्वर जम्मण मरण तो बहीन रहत है। चक्कर बक्कर फिरै चतर चक मानई पुरतीन। चक्कर बक्कर फिरै चतर चक मानई पुरतीन। बक्कर कहंदे टेढ़े, चक्कर कहंदे ने हुक्म नूं जां मौत नूं जां हुक्म नूं जां उहदे भाणे नूं। हे अकाल पुरख जी, तेरा हुक्म रूपी चक्कर जिहड़ा बक्कर बहुत टेढ़ा है, वल्स दे विच आउण वाला नहीं, बल दे विच आउण वाला नहीं, जां मौत रूपी काल रूपी बक्कर भयानक चक्कर। ये जिहड़ा भयानक चक्कर है मौत रूपी काल रूपी, ये चारां दिशां विच फिर रहा है, जिस नूं तिन्ने लोग मनदे आ। इस तेरे बक्कर चक्कर तो, काल रूपी टेढ़े चक्कर तो, भयानक चक्कर तो कोई भी नहीं बच सकता। भाव मौत नूं कोई भी नहीं जित सकता। मौत एक ऐसी चीज है जां तेरे हुक्म तो बाहर कोई भी नहीं जा सकता। तेरा हुक्म रूपी चक्कर हर जगह ते वरत रहा है और संसार नूं अपने निजम दे विच वो चला रहा है। लोक चौदहे के बिखै जग जाप ही जिह जाप। जिस वाहिगुरू जी दे जाप नूं जप नूं नाम नूं 14 लोकां विच जिन्ने भी जीव ने वो सारे जपदे हैं, सारे आराधदे ने, मनदे ने, ध्याउंदे हन। आद देव अनाद मूरत थापियो सबै जिह थाप। जिस वाहिगुरू जी दा आद मुੱਢ कोई जान नहीं सकता। वो सब दा आद है, मुੱਢ रूप है, आद देव है, आदि देव कह दिंदे ने। देव मैंने प्रकाश रूप, मुੱਢ स्वरूप। फिर मूर्ति किदां दी, स्वरूप किदां दा है उस वाहिगुरू जी दा? अनाद मूरत, भाव आद तो रहत। ते जिसने संसार दी सारी ही
ਥਾਪ ਰਚਨਾ ਨੂੰ ਥਾਪਿਓ ਰਚਿਆ ਹੋਇਆ, ਜਿਸ ਨੇ ਸੰਸਾਰ ਦੀ ਰਚਨਾ ਜਿਹੜੀ ਹੈ ਉਹ ਸਾਰੀ ਬਣਾਈ ਹੋਈ ਹੈ। ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ। ਉਹ ਅਕਾਲ ਪੁਰਖ ਦਾ ਰੂਪ ਜਿਹੜਾ ਹੈ ਉਹ ਮਾਇਆ ਤੋਂ ਪਰ ਪਰੇ ਹੈ ਅਤੇ ਅਤਿਅੰਤ ਹੀ ਪੁਨੀਤ ਪਵਿੱਤਰ ਮੂਰਤ ਸਰੂਪ ਹੈ। ਬਹੁਤੀ ਜਦੋਂ ਪਵਿੱਤਰਤਾ ਕਿਸੇ ਵਿੱਚ ਆਵੇਗੀ, ਬਹੁਤੀ ਕੋਮਲਤਾ ਜਦੋਂ ਕਿਸੇ ਦੇ ਵਿੱਚ ਆਏਗੀ, ਬਹੁਤਾ ਪ੍ਰੇਮ ਜਦੋਂ ਕਿਸੇ ਵਿੱਚ ਆਵੇਗਾ, ਨਿਸ਼ਕਾਮ ਪ੍ਰੇਮ, ਤਾਂ ਫਿਰ ਉਹਦੀ ਪ੍ਰਾਪਤੀ ਮੰਨੀ ਜਾਂਦੀ ਹੈ। ਕਿਉਂ ਪਿੱਛੇ ਵੀ ਆਇਆ ਸੀ ਨਾ ਵੀ ਆਪਣੇ ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ। ਪਵਿੱਤਰ ਮੂਰਤੀ ਹੈ, ਪੁਨੀਤ ਮੂਰਤੀ ਹੈ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਮੈਲ ਨਹੀਂ। ਇਹੋ ਜਿਹਾ ਜਦੋਂ ਪ੍ਰੇਮ ਹੋਵੇ ਤਾਂ ਮੰਨਣਾ ਚਾਹੀਦਾ ਹੈ ਕਿ ਵਾਹਿਗੁਰੂ ਹਾਜ਼ਰ ਹੈ। ਨਿਸ਼ਕਾਮ ਭਾਵ ਹੋਵੇ, ਮੈਲ ਤੋਂ ਰਹਿਤ ਹੋਵੇ। ਸੰਸਾਰਕ ਪ੍ਰੇਮ ਜਿਹੜਾ ਇਹਦੇ ਵਿੱਚ ਮੈਲ ਹੈ, ਮਤਲਬ ਪ੍ਰੇਮ ਤਾਂ ਇਹ ਵੀ ਹੈ ਪਰ ਇਹ ਮਤਲਬ ਤੇ ਖਲੋਤਾ, ਇਹਦੇ ਵਿੱਚ ਮੈਲ ਰਹਿੰਦੀ ਹੈ ਥੋੜੀ ਬਹੁਤੀ। ਹੁਣ ਉੱਤੋਂ ਤੇ ਅਸੀਂ ਸਾਰੇ ਕਹਿੰਦੇ ਆ ਵੀ ਰੱਬ ਸਭ ਤੋਂ ਵੱਡਾ ਵਾ, ਪਰਮੇਸ਼ਰ ਸਭ ਤੋਂ ਵੱਡਾ, ਔਰ ਅੰਦਰੋਂ ਕਿਤੇ ਛਿਪੀ ਹੋਈ ਆਵਾਜ਼ ਆਉਂਦੀ ਆ, ਨਹੀਂ ਨਹੀਂ ਪੈਸੇ ਤੋਂ ਬਿਨਾਂ ਵੀ ਕੰਮ ਨਹੀਂ ਚੱਲਦਾ। ਉੱਤੋਂ ਕਹਿੰਦੇ ਆ ਰੱਬ ਸਭ ਤੋਂ ਵੱਡਾ, ਔਰ ਅੰਦਰ ਕੀ ਕਹਿੰਦਾ ਸਾਡਾ, ਨਹੀਂ 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 ਪੈਸੇ ਤੋਂ ਬਿਨਾਂ ਗੱਡੀ ਨਹੀਂ ਚੱਲਣੀ, ਪੈਸਾ ਵੀ ਜ਼ਰੂਰੀ ਆ। ਤਾਂ ਸਾਡਾ 100% ਵਾਹਿਗੁਰੂ ਤੇ ਭਰੋਸਾ ਨਹੀਂ ਵੱਜਦਾ। ਜਿਹੜਾ ਪੰਜਵੇਂ ਪਾਤਸ਼ਾਹ ਦਾ ਇੱਕ ਪਵਿੱਤਰ ਸ਼ਬਦ ਹੈ, ਮਹਾਰਾਜ ਜੀ ਨੇ ਉਚਾਰਨ ਕੀਤਾ, ਪਰਮੇਸ਼ਰ ਦਿੱਤਾ ਬੰਨਾ। ਉਹਦੇ ਜਿਹੜੇ ਅਰਥ ਕੀਤੇ ਨਾ ਸੰਤਾਂ ਨੇ ਕਈ ਕੀਤੇ। ਬੰਨਾ ਨਾਮ ਪੁੱਤਰ ਦਾ ਵੀ ਆ, ਬੰਨਾ ਨਾਮ ਆਸਰੇ ਦਾ ਵੀ। ਤਾਂ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤਾਂ ਨੇ ਜਿਹੜੇ ਉਹਦੇ ਅਰਥ ਕੀਤੇ ਉਹ ਇਸ ਤਰ੍ਹਾਂ ਕੀਤੇ ਆ ਵੀ ਜਿਨ੍ਹਾਂ ਨੂੰ ਬੰਨੇ ਦਾ ਉਹਨਾਂ ਅਰਥ ਕੀਤਾ ਨਿਸ਼ਚਾ, ਯਕੀਨ। ਜਿਹਨੂੰ ਪਰਮੇਸ਼ਰ ਨਿਸ਼ਚਾ ਰੂਪ, ਯਕੀਨ ਰੂਪ ਬੰਨਾ ਦੇਵੇ, ਦੁੱਖ ਰੋਗ ਦਾ ਡੇਰਾ ਪੰਨਾ, ਉਹਨਾਂ ਦੇ ਫਿਰ ਦੁੱਖ ਰੋਗ ਦੇ ਡੇਰੇ ਭੰਨ ਦਿੰਦਾ ਹੈ ਵਾਹਿਗੁਰੂ, ਗਿਆਨ ਖਤਮ ਕਰ ਦਿੰਦਾ। ਤਾਂ ਪਰਮੇਸ਼ਰ ਦਾ ਸਰੂਪ ਕੀ ਆ? ਪ੍ਰੇਮ, ਪਵਿੱਤਰਤਾ, ਜਿੱਥੇ ਮੈਲ ਨਹੀਂ ਹੈਗੀ, ਜਿੱਥੇ ਵਕਾਰ ਨਹੀਂ ਹੈਗਾ। ਜਿਵੇਂ ਇੱਕ ਆਪਣੇ ਕਿਸੇ ਸੱਜਣ ਨੇ, ਪ੍ਰੋਫੈਸਰ ਨੇ ਸਵਾਲ ਕੀਤਾ ਕਲਾਸ ਦੇ ਵਿੱਚ ਵੀ ਇਹ ਸਾਰੀ ਸ੍ਰਿਸ਼ਟੀ ਕਿਸ ਨੇ ਬਣਾਈ ਆ? ਤਾਂ ਇੱਕ ਵਿਦਿਆਰਥੀ ਨੇ ਹੱਥ ਖੜਾ ਕੀਤਾ, ਜੀ ਜਵਾਬ ਦਵਾਂ ਜਿੱਦਾਂ ਕਲਾਸਾਂ ਚੱਲਦਾ। ਪ੍ਰੋਫੈਸਰ ਸਾਹਿਬ ਨੇ ਆਖਿਆ ਜੀ ਦੋ। ਤਾਂ ਉਹਨੇ ਬੜੇ ਚਾਅ ਨਾਲ ਆਖਿਆ ਕਿ ਮਹਾਰਾਜ ਪ੍ਰੋਫੈਸਰ ਸਾਹਿਬ, ਸਭ ਕੁਝ ਰੱਬ ਨੇ ਬਣਾਇਆ। ਪ੍ਰੋਫੈਸਰ ਤੇ ਅੱਗੇ ਹੀ ਜਾਲ ਸੁੱਟੀ ਬੈਠਾ ਸੀ ਸ਼ੈਤਾਨ, ਤੇ ਉਹ ਧਰਮ ਦੀ ਭੰਡੀ ਕਰਦਾ ਸੀ। ਉਹਨੇ ਵੇਖਿਆ ਵੀ ਵਿਦਿਆਰਥੀ ਫਸ ਚੁੱਕਾ ਵਾ। ਵਿਦਿਆਰਥੀ ਤੇ ਭੋਲਾ ਸੀ। ਉਹਨੇ ਆਖਿਆ ਜੇ ਸਭ ਕੁਝ ਰੱਬ ਨੇ ਬਣਾਇਆ ਤੇ ਬੁਰਾਈ ਕਿਹਨੇ ਬਣਾਈ ਹੈ? ਫਸ ਗਿਆ। ਪਹਿਲਾਂ ਕਹਿ ਬੈਠਾ ਸਭ ਕੁਝ ਰੱਬ ਨੇ ਬਣਾਇਆ, ਅਗਲੇ ਨਿਕਲ ਦਿੰਦੇ ਆ ਕਿਤੇ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੱਕੇ ਗਏ, ਉਹਨਾਂ ਨੇ ਸਵਾਲ ਕੀਤਾ, ਮਹਾਰਾਜ ਹਿੰਦੂ ਵੱਡਾ ਕਿ ਮੁਸਲਮਾਨ? ਵੀ ਜੇ ਕਹਿਣਗੇ ਹਿੰਦੂ ਵੱਡਾ ਵਾ, ਇੱਕ ਨੂੰ ਤੇ ਕਹਿਣਾ ਹੀ ਪਊਗਾ ਨਾ, ਦੋਵੇਂ ਬੰਨੇ ਖੂਹ ਹੀ ਆ, ਜਿਹੜੇ ਮਰਜ਼ੀ ਬੰਨੇ ਹੋ ਜਾਣ। ਜੇ ਕਹਿਣਗੇ ਹਿੰਦੂ ਵੱਡਾ ਤੇ ਅਸੀਂ ਕਵਾਂਗੇ ਫਿਰ ਇੱਥੇ ਕੀ ਲੈਣ ਆਏ, ਕਾਹਦੇ ਵਾਸਤੇ ਆਏ ਇੱਥੇ? ਅੱਛਾ ਜੇ ਕਹਿਣਗੇ ਮੁਸਲਮਾਨ ਵੱਡਾ ਵਾ, ਫਿਰ ਵੀ ਖੂਹ ਹੀ ਆ, ਫਿਰ ਕਹਿਣਾ ਆਓ ਬਹੁ ਨਾਲ ਖਾਓ, ਫਿਰ ਪੜੋ ਕਲਮਾ, ਛੱਡੋ ਧਰਮ ਆਪਣਾ।
ਤਾਂ ਸਵਾਲ ਕਰਨ ਵਾਲਾ ਇਹੋ ਜਿਹਾ ਸਵਾਲ ਕਰਦਾ ਵਾ ਵੀ ਦੋਵੇਂ ਬੰਨੇ ਖੂਹ ਹੀ ਆ, ਕਿਹੜੇ ਬੰਨੇ ਡਿੱਗਣਾ ਦੱਸ। ਤੇ ਜਿਹੜੇ ਸਵਾਲ ਕਰਨ ਵਾਲੇ ਬੜੇ ਬੇਈਮਾਨ ਹੁੰਦੇ ਨੇ, ਇਹ ਅੱਧੀ ਗੱਲ ਢਿੱਡ 'ਚ ਲੁਕੋ ਕੇ ਅੱਧੀ ਬਾਹਰ ਦੱਸਦੇ ਵੀ ਪਹਿਲਾਂ ਬੰਦਾ ਫਸ ਜੇ ਤੇ ਫੇਰ ਪੂਰੀ ਦੱਸਾਂਗੇ। ਪਰ ਉਹ ਕੌਣ ਸੀ? ਜਗਤ ਗੁਰੂ ਪਰਮੇਸ਼ਰ ਆਪ ਨਾਰਾਇਣ। ਉਹਨਾਂ ਨੇ ਇਹੋ ਜਿਹਾ ਜਵਾਬ ਦਿੱਤਾ, ਦੋਵਾਂ ਦੇ ਮੂੰਹ ਬੰਦ ਹੋ ਗਏ। ਉਹ ਕਹਿੰਦੇ ਸ਼ੁਭ ਕਰਮਾਂ ਬਾਝੋਂ ਦੋਨੋਂ ਲੋਈ। ਨਾ ਹਿੰਦੂ ਮਾੜਾ ਨਾ ਮੁਸਲਮਾਨ ਮਾੜਾ, ਜਿਹਦੀ ਕਰਤੂਤ ਮਾੜੀ ਆ ਉਹ ਸਾਰੇ ਮਾੜੇ ਆ। ਨਾ ਹਿੰਦੂ ਚੰਗਾ ਨਾ ਮੁਸਲਮਾਨ ਚੰਗਾ, ਜਿਹਦੀ ਕਰਤੂਤ ਚੰਗੀ ਆ ਕਰਮ ਚੰਗੇ ਉਹ ਸਾਰੇ ਹੀ ਚੰਗੇ ਆ। ਨਹੀਂ ਤੇ ਹਿੰਦੂਆਂ ਘਰ ਜੰਮ ਕੇ ਹਿੰਦੂ ਚੰਗੇ ਨਹੀਂ, ਮੁਸਲਮਾਨਾਂ ਘਰ ਜੰਮ ਕੇ ਮੁਸਲਮਾਨ ਚੰਗੇ ਨਹੀਂ। ਜਿਹਦੇ ਕੰਮ ਚੰਗੇ ਨੇ ਉਹ ਬੰਦੇ ਚੰਗੇ ਨੇ, ਹੋਰ ਕੋਈ ਚੰਗਾ ਨਹੀਂ। ਤੇ ਇਹਨਾਂ ਕਰਮਾਂ ਕਰਕੇ ਹੀ ਪਰਮੇਸ਼ਰ ਦੀ ਹਜ਼ੂਰੀ ਆ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਹਦੇ ਚੰਗੇ ਨੇ ਉਹ ਨੇੜੇ ਆ, ਜਿਹਦੇ ਮਾੜੇ ਨੇ ਉਹ ਦੂਰ। ਹੁਣ ਇਹੋ ਜਿਹਾ ਸਵਾਲ ਪ੍ਰੋਫੈਸਰ ਸਾਹਿਬ ਨੇ ਇੱਕ ਬੱਚੇ ਨੂੰ ਸਵਾਲ ਕੀਤਾ, ਦੁਨੀਆ ਕਿੰਨੇ ਬਣਾਈ ਆ, ਸਭ ਕੁਝ ਕਿੰਨੇ ਬਣਾਇਆ? ਉਹਨੇ ਵਿਚਾਰੇ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ, ਰੱਬ ਨੇ ਬਣਾਇਆ। ਉਹਨੇ ਫਿਰ ਘੇਰ ਲਿਆ, ਕਹਿੰਦਾ ਬੁਰਾਈ ਵੀ ਰੱਬ ਨੇ ਬਣਾਈ, ਸ਼ਰਾਬ ਵੀ ਫਿਰ ਰੱਬ ਨੇ ਬਣਾਈ, ਜਦ ਸਭ ਕੁਝ ਰੱਬ ਨੇ ਬਣਾਇਆ। ਚੋਰੀ ਵੀ ਰੱਬ ਨੇ ਬਣਾਈ, ਯਾਰੀ ਵੀ ਰੱਬ ਨੇ ਬਣਾਈ ਆ, ਧੋਖਾ ਵੀ ਰੱਬ ਨੇ ਬਣਾਇਆ, ਕਾਮ ਕ੍ਰੋਧ ਕਾ ਚੋਲੜਾ ਇਹ ਵੀ ਤੇ ਰੱਬ ਨੇ ਬਣਾਇਆ। ਫਿਰ ਸਭ ਕੁਝ ਕਹਿਣ ਤੋਂ ਭਾਵ ਜੋ ਬੁਰਾਈ ਆ, ਮਾੜੀਆਂ ਚੀਜ਼ਾਂ, ਜਦੋਂ ਸਭ ਕੁਝ ਰੱਬ ਨੇ ਬਣਾਇਆ ਤੇ ਮਾੜਾ ਵੀ ਤੇ ਫਿਰ ਰੱਬ ਨੇ ਬਣਾਇਆ। ਵਿਦਿਆਰਥੀ ਚੁੱਪ ਹੋ ਕੇ ਬਹਿ ਗਿਆ। ਉੱਥੇ ਕਹਿੰਦੇ ਇੱਕ ਬੜਾ ਲਾਇਕ ਵਿਦਿਆਰਥੀ ਬੈਠਾ, ਉਹਨੇ ਹੱਥ ਖੜਾ ਕਰਕੇ ਆਖਿਆ, ਜੇ ਹਜ਼ੂਰ ਪ੍ਰੋਫੈਸਰ ਸਾਹਿਬ ਦੀ ਆਗਿਆ ਹੋਵੇ ਤੇ ਮੈਂ ਬੋਲਾਂ। ਕਹਿੰਦੇ ਜੀ ਬੋਲੋ। ਪ੍ਰੋਫੈਸਰ ਦਾ ਇਰਾਦਾ ਵੀ ਪਹਿਲੇ ਨੇ ਬੇਇੱਜ਼ਤੀ ਕਰਾਈ, ਤੂੰ ਵੀ ਕਰਾ ਲਾ ਹੁਣ। ਉਹ ਕਹਿਣ ਲੱਗਾ, ਜੀ ਮੇਰਾ ਸਵਾਲ ਇਹ ਹੈ, ਦੂਸਰਾ ਵਿਦਿਆਰਥੀ ਖੜਾ ਹੋਇਆ ਜਿਹੜਾ ਬਹੁਤ ਵੱਡਾ ਸਾਇੰਟਿਸਟ ਬਣਿਆ ਬਾਅਦ ਚ, ਪਰ ਕਮਾਲ ਦਾ ਬੰਦਾ ਸੀ, ਵੀ ਸਾਇੰਟਿਸਟ ਵੀ ਸੀ ਪਰ ਰੱਬ ਤੇ ਯਕੀਨ ਵਾਲਾ ਵੀ ਸੀ। ਦੂਸਰੇ ਵਿਦਿਆਰਥੀ ਨੇ ਆਖਿਆ, ਮਹਾਰਾਜ ਮੇਰਾ ਸਵਾਲ ਇਹ ਆ, ਇਹ ਕਦੀ ਠੰਡ ਵੇਖੀ ਆ ਤੁਸੀਂ? ਪ੍ਰੋਫੈਸਰ ਕਹਿੰਦਾ, ਤੂੰ ਬੇਵਕੂਫ ਆ, ਪਾਗਲ ਆ, ਮੂਰਖ ਆ, ਵੀ ਤੈਨੂੰ ਕਦੀ ਜ਼ੁਕਾਮ ਨਹੀਂ ਹੋਇਆ, ਤੈਨੂੰ ਕਦੀ ਲੱਗੀ ਨਹੀਂ ਆ, ਤੇਰੀਆਂ ਕਦੀਆਂ ਬਾਹਾਂ ਨਹੀਂ ਕੰਬੀਆਂ, ਤੇਰਾ ਕਦੀ ਸਰੀਰ ਨਹੀਂ ਕੰਬਿਆ, ਤੂੰ ਕਦੀ ਮੋਟੇ ਕੱਪੜੇ ਨਹੀਂ ਪਾਏ। ਕਹਿੰਦਾ ਮਹਾਰਾਜ ਇਹ ਗੱਲ ਨਹੀਂ, ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇ, ਕੋਟੀਆਂ ਨਾ ਮੈਨੂੰ ਵੜਾ, ਰਜਾਈਆਂ ਦੀ ਗੱਲ ਨਾ ਕਰ ਮੈਨੂੰ, ਵੀ ਠੰਡ ਕਦੀ ਦੇਖੀ ਹੈ? ਉਹ ਕਹਿੰਦਾ ਵੀ ਤੁਹਾਡੇ ਤਜਰਬੇ 'ਚ ਨਹੀਂ ਆਈ, ਫੀਲ ਨਹੀਂ ਹੋਈ ਕਦੀ। ਕਹਿੰਦਾ ਪ੍ਰੋਫੈਸਰ ਸਾਹਿਬ, ਲਾ ਆਫ ਫਿਜ਼ਿਕਸ, ਭੌਤਿਕ ਵਿਗਿਆਨ ਅਨੁਸਾਰ, ਸਾਇੰਸ ਮੁਤਾਬਕ ਠੰਡ ਨਾਂ ਦੀ ਚੀਜ਼ ਹੀ ਕੋਈ ਨਹੀਂ। ਗਰਮੀ ਦੀ ਅਣਹੋਂਦੀ ਠੰਡ, ਜਿੱਥੇ ਗਰਮੀ ਨਹੀਂ ਉੱਥੇ ਠੰਡ। ਸਾਇੰਸ ਮੁਤਾਬਕ ਅਸੀਂ ਗਰਮੀ ਦੀ ਪੜ੍ਹਾਈ ਕਰਦੇ ਹਾਂ ਤੇ ਗਰਮੀ ਦੀ ਅਣਹੋਂਦ ਨੂੰ ਅਸੀਂ ਠੰਡ ਮੰਨਦੇ। ਵਿਦਿਆਰਥੀ ਨੇ ਆਖਿਆ, ਜੀ ਦੂਜਾ ਸਵਾਲ ਮੇਰਾ, ਹਨੇਰਾ ਵੇਖਿਆ ਕਦੀ? ਪ੍ਰੋਫੈਸਰ ਕਹਿੰਦਾ, ਤੂੰ ਪਾਗਲ ਆ। ਉਹ ਕਹਿੰਦਾ, ਮੈਂ ਪਾਗਲ ਨਹੀਂ, ਮੈਂ ਫਿਜ਼ਿਕਸ ਦੀ ਗੱਲ ਕਰ ਰਹਾ, ਕਰ ਮੇਰੇ ਨਾਲ ਆ। ਵੀ ਭੌਤਿਕ ਵਿਗਿਆਨ ਮੁਤਾਬਕ ਹਨੇਰਾ ਵੇਖਿਆ ਤੂੰ ਕਦੀ? ਉਹ ਕਹਿੰਦਾ, ਤੂੰ ਨਹੀਂ ਕਿਤੇ ਰਾਤ ਨਿਕਲਿਆ, ਤੁਹਾਡੇ ਨਹੀਂ ਕਦੀ ਬੱਤੀ ਗਈ। ਉਹ ਕਹਿੰਦਾ, ਸਾਇੰਸ ਮੁਤਾਬਕ ਹਨੇਰੇ ਨਾਂ ਦੀ ਚੀਜ਼ ਹੀ ਕੋਈ ਨਹੀਂ, ਰੌਸ਼ਨੀ ਦੀ ਅਣਹੋਂਦੀ ਹਨੇਰਾ। ਇੱਕ ਦੀਵਾ ਬਲੇ ਤੇ ਕਿੱਥੇ ਗਿਆ ਤੇਰਾ ਹਨੇਰਾ, ਜਿਹਨੂੰ ਤੂੰ ਕਹਿੰਦਾ ਹਨੇਰੇ ਨਾਮ ਦਾ ਪਦਾਰਥ ਹੀ ਕੋਈ ਨਹੀਂ। ਇਹ ਸਾਇੰਸ ਦੇ ਭੌਤਿਕ ਵਿਗਿਆਨ ਮੁਤਾਬਕ ਆ, ਹੋਰ ਵੀ ਫਿਲਾਸਫੀਆਂ ਹੁੰਦੀਆਂ ਅੱਡ ਅੱਡ, ਇੱਥੇ ਸਾਇੰਸ ਦੀ ਗੱਲ ਚੱਲ ਰਹੀ ਹੈ, ਭੌਤਿਕ ਵਿਗਿਆਨ ਫਿਜ਼ਿਕਸ ਦੀ ਗੱਲ ਚੱਲ ਰਹੀ ਹੈ।
ਇਹ ਦੋ ਸਵਾਲ ਕਰਕੇ ਉਹ ਵਿਦਿਆਰਥੀ ਕਹਿਣ ਲੱਗਾ ਹੁਣ ਮੈਨੂੰ ਦੱਸ ਵੀ ਬਰਿਆਈ ਹੈਗੀ ਆ? ਉਹ ਕਹਿੰਦਾ ਤੂੰ ਕਹਿਣਾ ਕੀ ਚਾਹਨਾ? ਕਹਿੰਦਾ ਤੂੰ ਸਵਾਲ ਕੀਤਾ ਇਹ ਪ੍ਰੋਫੈਸਰ ਵੀ ਜਦੋਂ ਸਭ ਕੁਝ ਰੱਬ ਨੇ ਬਣਾਇਆ ਤੇ ਬਰਿਆਈ, ਚੋਰੀ ਯਾਰੀ ਠੱਗੀ ਬਲਾਤਕਾਰ ਦੁਨੀਆ 'ਚ ਹੋ ਰਿਹਾ, ਰੱਬ ਕਿੱਥੇ ਸੌਂ ਗਿਆ? ਇਹੀ ਸਵਾਲ ਕੀਤਾ ਜਾਂਦਾ। ਉਹ ਕਹਿੰਦਾ ਰੌਸ਼ਨੀ ਦੀ ਅਣਹੋਂਦ ਕੀ ਆ ਹਨੇਰਾ, ਗਰਮੀ ਦੀ ਅਣਹੋਂਦ ਕੀ ਆ ਸਰਦੀ, ਤੇ ਪਰਮੇਸ਼ਰ ਦੀ ਅਣਹੋਂਦ ਬੁਰਾਈ। ਜਿੱਥੇ ਪਰਮੇਸ਼ਰ ਨਹੀਂ ਉੱਥੇ ਕੀ ਆ? ਚੋਰੀ ਯਾਰੀ ਠੱਗੀ ਧੋਖੇ ਧੜੀ। ਤੇ ਜਿਸ ਹਿਰਦੇ 'ਚ ਪਰਮੇਸ਼ਰ ਬੈਠਾ ਵਾ ਉੱਥੇ ਕੀ ਆ? ਪ੍ਰੇਮ, ਸਤ, ਸੰਤੋਖ, ਮਿਠਾਸ। ਤਾਂ ਪਰਮੇਸ਼ਰ ਦੀ ਅਣਹੋਂਦ ਹੀ ਬੁਰਾਈ ਹੈ। ਬੁਰਾਈ ਨਾਮ ਦਾ ਕੋਈ ਸੁਤੰਤਰ ਪਦਾਰਥ ਨਹੀਂ ਹੈ। ਤਾਂ ਮਹਾਰਾਜ ਕੀ ਕਹਿੰਦੇ ਨੇ? ਪਰਮੇਸ਼ਰ ਕੀ ਹੈ? ਪੁਨੀਤ, ਪਵਿੱਤਰ ਤੋਂ ਪਵਿੱਤਰ। ਪਰਮੇਸ਼ਰ ਕੀ ਹੈ? ਪ੍ਰੇਮ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜਿੱਥੇ ਤੁਹਾਨੂੰ ਪ੍ਰੇਮ ਦਿਖੇ ਨਾ ਉੱਥੇ ਪਰਮੇਸ਼ਰ ਹਾਜ਼ਰ। ਇਸੇ ਕਰਕੇ ਸਿੱਖਾਂ ਨੂੰ ਕੀ ਸਿਖਾਇਆ ਗਿਆ? ਆ ਹੁਣੇ ਮਹੀਨਾ ਪਹਿਲਾਂ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਸੀ, ਖਾਲਿਸਤਾਨੀ ਕਹਿੰਦੇ ਸੀ। ਹੁਣ ਕੋਰੋਨਾ ਵਾਇਰਸ ਕਰਕੇ ਆਕਸੀਜਨ ਮੁੱਕੀ ਜਾਂਦੀ ਆ। ਆਪਾਂ ਦੇ ਪਿੰਡਾਂ 'ਚ ਰਹਿੰਦੇ ਤਾਂ ਬਚਾ, ਖੁੱਲੇ ਥਾਵਾਂ ਤੇ ਰਹਿੰਦੇ। ਆ ਦਿੱਲੀ ਤੁਸੀਂ ਜਾ ਕੇ ਦੇਖੋ, ਏਡਾ ਬੁਰਾ ਹਾਲ ਆ, ਆਕਸੀਜਨ ਦੀ ਕਮੀ ਆ। ਤੇ ਉਹ ਸਿੱਖ ਹੁਣ ਆਕਸੀਜਨ ਵੰਡਦੇ ਫਿਰਦੇ ਜਿਨ੍ਹਾਂ ਨੂੰ ਅਜੇ 15 ਦਿਨ ਪਹਿਲਾਂ ਇਹ ਖਾਲਿਸਤਾਨੀ ਕਹਿੰਦੇ ਪਏ। ਤਾਂ ਮਹਾਰਾਜ ਨੇ ਕੀ ਸਿਖਾਇਆ ਸਿੱਖਾਂ ਨੂੰ? ਪ੍ਰੇਮ ਵੰਡੋ ਜਿੰਨਾ ਵੀ ਵੰਡ ਸਕਦੇ। ਤੇ ਮਹਾਰਾਜ ਨੇ ਸਿਖਾਇਆ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। 9ਵੇਂ ਪਾਤਸ਼ਾਹ ਦੀ ਸ਼ਤਾਬਦੀ ਆ ਰਹੀ ਆ, 400 ਸਾਲਾ ਪ੍ਰਕਾਸ਼ ਉਹਨਾਂ ਨੂੰ। ਹੁਣ ਇਹ ਪ੍ਰੇਮ ਹੀ ਆ ਵੀ ਉਹ ਹਿੰਦੂ ਧਰਮ ਵਾਸਤੇ ਸਿਰ ਦੇਣ ਜਾ ਰਹੇ ਆ। ਨਹੀਂ ਤੇ ਬੰਦਾ ਕਹਿ ਹੀ ਦਿੰਦਾ ਸਾਨੂੰ ਕੀ, ਸਾਡਾ ਕੀ ਲੈਣਾ ਦੇਣਾ ਉਹਨਾਂ ਨਾਲ। ਇਹ ਕੀ ਆ? ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਪਰਮੇਸ਼ਰ ਦੇ ਜਿਹੜੀ ਵਿਆਖਿਆ ਵਾ ਉਹ ਕੀ ਆ? ਵੀ ਜਿਹੜੀ ਚੀਜ਼ ਸੱਤ ਹਮੇਸ਼ਾ ਰਹੂਗੀ, ਜਿਹੜੀ ਚਿੱਤ ਗਿਆਨ ਸਰੂਪ ਹੈ, ਜਿਹੜੀ ਗਿਆਨ ਕਰਾਉਂਦੀ ਆ। ਹੁਣ ਸਰੀਰ ਅੰਦਰ ਸਵਾਸ ਤਾਂ ਚੱਲਦੇ ਆ, ਜਦੋਂ ਆਪਾਂ ਸੁੱਤੇ ਪਏ ਹੁੰਦੇ ਆ ਸਵਾਸ ਚੱਲਦੇ ਪਏ, ਸਵਾਸ ਜਾਗਦੇ ਆ। ਚੱਲਦੇ ਦੀ ਜਗ੍ਹਾ ਜਾਗਦੇ ਕਹਿ ਦਈਏ, ਜਾਗਦੇ ਪਏ ਆ, ਚੱਲਦੇ ਪਏ। ਪਰ ਕਦੀ ਸਾਡੇ ਸਵਾਸਾਂ ਨੇ ਆਖਿਆ ਪ੍ਰਾਹੁਣਾ ਆਇਆ ਉੱਠ, ਜਾਂ ਕਦੀ ਆਖਿਆ ਚੋਰ ਆਇਆ ਵਾ ਸਾਵਧਾਨ ਹੋ, ਸਵਾਸ ਚੱਲਦੇ ਪਏ। ਤਾਂ ਸਵਾਸ ਗਿਆਨ ਨਹੀਂ ਹੈ, ਗਿਆਨ ਸਰੂਪ ਨਹੀਂ ਹੈ। ਅੰਦਰ ਕੋਈ ਚੀਜ਼ ਆ ਜਿਹੜੀ ਸਾਵਾਂ ਨਾਲੋਂ ਵੀ ਡੂੰਘੀ ਆ, ਜਿਹੜੀ ਗਿਆਨ ਕਰਾਉਂਦੀ ਆ। ਉਹ ਚੋਰ ਆ, ਉਹ ਸਾਧ ਆ, ਉਹਨੂੰ ਕੀ ਕਹਿੰਦੇ? ਗਿਆਨ ਸਰੂਪ। ਇਸੇ ਤਰ੍ਹਾਂ ਆਨੰਦ ਸਰੂਪ। ਜਿੱਥੇ ਆਨੰਦ ਹੈ ਉੱਥੇ ਕੀ? ਪਰਮੇਸ਼ਰ ਹੈ। ਜਿੱਥੇ ਗਿਆਨ ਆ ਉੱਥੇ ਕੀ? ਪਰਮੇਸ਼ਰ ਆ। ਜਿੱਥੇ ਸੱਤ ਆ ਉੱਥੇ ਕੀ? ਪਰਮੇਸ਼ਰ ਆ। ਜਿੱਥੇ ਪ੍ਰੇਮ ਆ ਉੱਥੇ ਕੀ? ਪਰਮੇਸ਼ਰ ਆ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹੋ ਨਾ ਬੁਝੈ ਸੋ ਤਨ ਜਾਣ ਮਸਾਣ। ਜਿਸ ਹਿਰਦੇ 'ਚ ਬਿਰਹਾ ਨਹੀਂ, ਤੜਫ ਨਹੀਂ, ਪ੍ਰੇਮ ਨਹੀਂ, ਉਹ ਮੜੀਆਂ ਹੋ ਸਕਦੀਆਂ ਨੇ, ਮੁਰਦਾ ਥਾਂ ਹੋ ਸਕਦਾ। ਉੱਥੇ ਰੱਬ ਨਹੀਂ, ਜਿੰਦ ਨਹੀਂ, ਉੱਥੇ ਜਾਨ ਨਹੀਂ। ਗੁਰਬਾਣੀ ਕਹਿੰਦੀ ਆਤਮਾ ਉੱਥੇ ਆ ਜਿੱਥੇ ਤੜਫ, ਜਿੱਥੇ ਪ੍ਰੇਮ ਆ, ਜਿੱਥੇ ਮੁਹੱਬਤ ਆ, ਉੱਥੇ ਆਤਮਾ ਵਾ, ਉੱਥੇ ਪ੍ਰਮਾਤਮਾ। ਤਾਂ ਮਹਾਰਾਜ ਫਰਮਾਉਂਦੇ ਨੇ ਪ੍ਰੇਮ ਦੇ ਨਾਲ ਬਹੁਤ ਸੁੰਦਰ ਵਾਹਿਗੁਰੂ ਦੇ ਲਕਸ਼ਣ ਕਰਦੇ। ਪਰਮ ਰੂਪ, ਪੁਨੀਤ ਮੂਰਤ, ਸਭ ਤੋਂ ਵੱਡਾ, ਸਭ ਤੋਂ ਸ੍ਰੇਸ਼ਟ ਔਰ ਪੁਨੀਤ ਮੂਰਤ, ਪਵਿੱਤਰ ਮੂਰਤੀ, ਸਭ ਤੋਂ ਵੱਧ ਪਵਿੱਤਰ, ਪੂਰਨ, ਪੁਰਖ, ਅਪਾਰ, ਅਪਾਰ, ਜਿਹਦਾ ਦੇਸ਼ ਕਾਲ ਵਸਤੂ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ, ਜਿਹੜਾ ਹਰ ਥਾਂ ਤੇ ਬੈਠਾ ਹੋਇਆ। ਔਰ ਫਿਰ ਕਮਾਲ ਦੀ ਗੱਲ ਇਹ ਹੈ ਕਿ ਪਰਮ ਦਾ ਅਰਥ ਮਹਾਂਪੁਰਸ਼ ਇਦਾਂ ਕਰਦੇ ਨੇ, ਪਰ ਵੱਖਰਾ ਕਰਕੇ, ਮਾਂ ਸ਼ਬਦ ਵੱਖਰਾ ਕਰਕੇ। ਪਰ ਮੈਨੇ ਪਰੇ,
ਮਾਂ ਮੈਨੇ ਮਾਇਆ ਤੋਂ, ਮੈਲ ਤੋਂ ਜਿਹੜਾ ਪਰੇ ਆ, ਗੰਦਗੀ ਤੋਂ ਪਰੇ ਆ, ਵਿਕਾਰਾਂ ਤੋਂ ਪਰੇ, ਉਹ ਕੀ ਹੋ ਗਿਆ? ਪਰਮ। ਤਾਂ ਮਾਇਆ ਤੋਂ ਪਰੇ ਅਤਿਅੰਤ ਪਵਿੱਤਰ ਮੂਰਤੀ ਸਰੂਪ, ਹਰ ਤਰ੍ਹਾਂ ਕਰਕੇ ਪੂਰਨ ਪੁਰਖ, ਜਿਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਐਸਾ ਵਾਹਿਗੁਰੂ ਪਰਮੇਸ਼ਰ ਹੈ। ਸਰਬ ਵਿਸ਼ਵ ਰਚਿਓ ਸਵੈੰ ਭਵ, ਗੜਨ ਭੰਜਨ ਹਾਰ। ਜਿਸ ਵਾਹਿਗੁਰੂ ਪਰਮੇਸ਼ਰ ਜੀ ਨੇ ਵਿਸ਼ਵ ਸੰਸਾਰ ਨੂੰ ਇੱਕ ਫੁਰਨੇ ਮਾਤਰ ਦੇ ਨਾਲ ਰਚ ਦਿੱਤਾ ਹੈ, ਜਦ ਕਿ ਆਪ ਸਵੈੰਭਵ ਹੈ, ਸੁਤੇ ਸਿੱਧ ਪ੍ਰਕਾਸ਼ ਰੂਪ ਹੈ, ਕਿਸੇ ਦਾ ਰਚਿਆ ਨਹੀਂ, ਆਪ ਕਿਸੇ ਦਾ ਬਣਾਇਆ ਨਹੀਂ, ਪਰ ਆਪਣੇ ਫੁਰਨੇ ਦੇ ਨਾਲ, ਇੱਛਾ ਨਾਲ ਇੱਕ ਖਿੰਡ 'ਚ ਸੰਸਾਰ ਰਚ ਦਿੱਤਾ। ਤੇ ਫਿਰ ਸਾਰੇ ਸੰਸਾਰ ਨੂੰ ਗੜਨ ਰਚ ਕੇ ਭੰਜਨਹਾਰ, ਨਾਸ ਕਰਨ ਵਾਲਾ ਹੈ, ਵਿਨਾਸ਼ ਕਰਨ ਵਾਲਾ ਹੈ। हे ਸੱਚੇ ਪਾਤਸ਼ਾਹ, ਤੇਰੇ ਤੋਂ ਬਗੈਰ ਹੋਰ ਕੌਣ ਹੋ ਸਕਦਾ ਹੈ? ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸਤਤ ਕਰਦੇ ਨੇ, ਮਹਿਮਾ ਕਰਦੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸੁਮਤ ਬਖਸ਼ਣੀ ਜੀ। ਲੇਖੈ ਕਤੈ ਨ ਛੁਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ। ਸਰਬ ਵਿਸ਼ਵ ਰਚਿਓ ਸਵੈੰ ਭਵ, ਗੜਨ ਭੰਜਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।